सतगुर की जिसनू मत आवे सो सतगुर माही समाना। एह बाणी जो जियों जाने तिस अंतर रवे हर नामा। बाणी गुरु गुरु है बाणी विच बाणी अमृत सारे। गुर बाणी कहे सेवक जन मानै परतख गुरु निस्तारै। बाणी बिरलो विचारसी जे को गुरमुख होए। एह बाणी महापुरख की निज घर वासा होए। जनक सोए जिन जानिया उन मन रथ धरिया। सत संतोख समाचरे अपरा सर भरिया। अकथ कथा अमरापुरी जिस देसो पावे। एह जनक राज गुर रामदास तुझ ही बन आवे। अकथ कथा अमरापुरी जिस देसो पावे। एह जनक राज गुर रामदास तुझ ही बन आवे। वाहिगुरु जी का खालसा वाहिगुरु जी की फतेह। पट्टां दे सवैये ये बाणी जिसकी लड़ीवार विचार आप सरवण कर रहे हाँ। अज सेवा सत्कारयोग भाई निर्मल सिंह जी तोड़कोट कर रहे हैं। अज नौवें पातशाह गुरु तेग बहादुर साहब महाराज जी का जो शहीदी गुरपुरब आपां ने कल श्रद्धा सत्कार दे नाल मनाया। नगर कीर्तन सजाए
ਇਸੇ ਹੀ ਉਪਲਕਸ਼ ਵਿੱਚ ਵਿਸ਼ੇਸ਼ ਸਮਾਗਮ ਗੁਰਦੁਆਰਾ ਰਕਾਬਗੰਜ ਸਾਹਿਬ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਅੰਦਰ ਅੰਮ੍ਰਿਤ ਵੇਲੇ ਤੋਂ ਸਜਿਆ ਹੋਇਆ ਹੈ ਔਰ ਅੱਜ ਦੇਰ ਰਾਤ ਤਕਰੀਬਨ 11-12 ਵਜੇ ਤੱਕ ਰਾਤ ਇਸੇ ਤਰ੍ਹਾਂ ਨਿਰੰਤਰ ਇਹ ਸਮਾਗਮ ਇਹ ਦੀਵਾਨ ਚੱਲੇਗਾ। ਸੋ ਸਾਰੇ ਸੰਗਤ ਨੂੰ ਬੇਨਤੀ ਹੈ ਇਸ ਸਮਾਗਮ ਦੇ ਵਿੱਚ ਸੇਵਾ ਕਰਕੇ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ। ਸਾਹਿਬ ਕਮਾਲ ਬਾਦਸ਼ਾਹ ਦਰਵੇਸ਼ ਅੰਮ੍ਰਿਤ ਦੇ ਦਾਤੇ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ 350 ਸਾਲੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਜੋ ਜਾਗਰਤੀ ਯਾਤਰਾ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਆਰੰਭ ਹੋਈ ਹੈ, ਇਸ ਯਾਤਰਾ ਨੇ ਅੱਜ ਦਿੱਲੀ ਪਹੁੰਚਣਾ ਹੈ। ਆਓ ਆਪਾਂ ਦਿੱਲੀ ਨਿਵਾਸੀ ਇਸ ਯਾਤਰਾ ਨੂੰ ਜੀ ਆਇਆਂ ਆਖੀਏ। ਇਸ ਯਾਤਰਾ ਦੇ ਵਿੱਚ ਆਈਆਂ ਸੰਗਤਾਂ ਦੀ ਸੇਵਾ ਕਰੀਏ, ਆਪ ਯਾਤਰਾ ਵਿੱਚ ਸ਼ਾਮਲ ਹੋਈਏ, ਗੁਰੂ ਕਲਗੀਧਰ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੀਏ। 3 ਦਿਨ 6 ਤਰੀਕ 7 ਤਰੀਕ 8 ਤਰੀਕ ਅਗਲੇ 3 ਦਿਨ ਅੱਜ ਤੋਂ ਬਾਅਦ ਇਹ ਯਾਤਰਾ ਦਿੱਲੀ ਦੇ ਵਿੱਚ ਰਹੇਗੀ ਔਰ ਜਿੱਥੇ ਜਿੱਥੇ ਵੀ ਤੁਹਾਨੂੰ ਨਜ਼ਦੀਕ ਇਹ ਯਾਤਰਾ ਦਾ ਰਸਤਾ ਰੂਟ ਮਿਲੇ ਉਸ ਰਸਤੇ ਦੇ ਵਿੱਚ ਆਪ ਜੀ ਸਜਾਵਟ ਵੀ ਕਰੋ, ਸੇਵਾ ਵੀ ਕਰੋ ਔਰ ਇਸ ਤੋਂ ਵੀ ਹੋਰ ਵੱਡੀ ਗੱਲ ਜਿਹੜੀ ਹੈ ਇਸ ਯਾਤਰਾ ਦੇ ਨਾਲ ਵੀ ਚੱਲੋ ਤਾਂ ਕਿ ਅਸੀਂ ਦੁਨੀਆ ਨੂੰ ਸੁਨੇਹਾ ਦੇ ਸਕੀਏ ਕਿ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਅਸਥਾਨ ਸਾਡੇ ਜੀਵਨ ਦੇ ਵਿੱਚ ਬਹੁਤ ਵੱਡਾ ਹੈ। ਸੋ ਇਹ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਜੀ ਦੀ ਸੇਵਾ ਵਿੱਚ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਹਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਹੈ ਖੋਵੈ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲਖ ਧੋਵੈ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਜੇਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰ ਜਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਕਰੀ ਵਖਿਆਨ ਦਾਸਨ ਦਾਸ
ਕਹੈ ਜਨ ਨਾਨਕ ਜਿਹਾ ਤੂਕ ਰਾਏ ਹੈ ਤੇਹਾ ਹਉ ਕਰੀ ਵਖਿਆਨ। ਗਰੀਬ ਨਵਾਜ ਸਤਿਗੁਰੂ ਜੁਗੋ ਜੋਗੇ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਾਲਾ ਪ੍ਰੀਤਮ ਜਗਤ ਦੇ ਵੈਦ ਸਤਿਗੁਰੂ ਧੰਨ ਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਤਿੰਨਾਂ ਦੇ ਮੁਕੱਦਸ ਪਾਵਨ ਅਸਥਾਨ ਤੇ ਜੁੜ ਬੈਠੇ ਅਜੀਜ਼ ਹਾਜ਼ਰੀਨ, ਗੁਰੂ ਪਿਆਰ ਵਾਲਿਓ, ਦੇਸ਼ਾਂ ਵਿਦੇਸ਼ਾਂ ਅੰਦਰ ਮੀਡੀਏ ਰਾਹੀਂ ਗੁਰੂ ਚਰਨਾਂ ਨਾਲ ਜੁੜਨ ਵਾਲੇ ਗੁਰੂ ਸਵਾਰਿਓ, ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰੀਏ ਸਤਿਗੁਰੂ ਜੀ ਆਪ ਬਖਸ਼ਿਸ਼ ਕਰਕੇ ਸੇਵਾ ਲੈਣ। ਭਾਵਨਾ ਪਿਆਰ ਸ਼ਰਧਾ ਤੇ ਸਤਿਕਾਰ ਦੇ ਘਰ ਵਿੱਚ ਆ ਕਰਕੇ ਬਖਸ਼ੋ ਅਸੀਸ, ਕਰੋ ਕਿਰਪਾਲਤਾ, ਅਦਬ ਸਹਿਤ ਦੋਨੋਂ ਹੱਥ ਜੋੜ ਗੁਰੂ ਬਖਸ਼ੀ ਫਤਿਹ ਬੁਲਾਵੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੀ ਅੰਮ੍ਰਿਤ ਬਾਣੀ ਦੀ ਲੜੀਵਾਰ ਕਥਾ ਦੇ ਤਹਿਤ ਰੱਬੀ ਬਾਣੀ ਚੋਂ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਲਈ ਭੱਟ ਕੱਲ ਸਹਾਰ ਜੀ ਦੇ ਉਚਾਰੇ ਹੋਏ ਮੁੱਢਲੇ 13 ਸੋਈਆਂ ਚੋਂ 13ਵਾਂ ਸੋਈਆ ਸਿੰਘ ਸਾਹਿਬ ਜੀਆਂ ਦੀ ਮੁਬਾਰਕ ਰਸਨਾ ਤੋਂ ਆਪ ਜੀ ਨੇ ਮੂਲ ਪਾਠ ਨੂੰ ਸ਼ਰਵਣ ਕੀਤਾ ਹੈ। ਯਾਦ ਰੱਖਿਆ ਜੇ 123 ਸੋਈਆਂ ਚੋਂ 54 ਸੋਈਏ ਇਹ ਭੱਟ ਕੱਲ ਸਹਾਰ ਦੇ ਨੇ। ਇਹ ਗਿਣਤੀ ਨੂੰ ਅਕਸਰ ਆਪ ਜੀ ਸੁਣਦੇ ਹੋਵੋਗੇ, ਜਾਣਦੇ ਹੋ। ਤੇ ਇਦੋਂ ਅਗਲਾ ਜਿਹੜਾ 14ਵਾਂ ਸੋਈਆ ਸ਼ੁਰੂ ਹੋਣਾ ਹੈ, ਇਹ 13ਵੇਂ ਸੋਈਏ ਤੇ ਭੱਟ ਕੱਲ ਸਹਾਰ ਜੀ ਜਿਨ੍ਹਾਂ ਦੇ ਗੁਰੂ ਰਾਮਦਾਸ ਸਾਹਿਬ ਲਈ ਇਹ 13 ਸੋਈਏ ਨੇ। ਇਦੋਂ ਅੱਗੇ ਭੱਟ ਨਲ ਜੀ ਦੇ ਸੋਈਏ ਸ਼ੁਰੂ ਹੋਣੇ ਆ, ਇਹ ਵੀ ਯਾਦ ਰੱਖਿਓ। ਉਹਨਾਂ ਦੇ ਜਿਹੜੇ ਸੋਈਏ ਨੇ ਉਹਨਾਂ ਦੀ ਗਿਣਤੀ 16 ਹੈ ਤੇ ਉਹਨਾਂ ਨੇ ਕੇਵਲ ਗੁਰੂ ਰਾਮਦਾਸ ਸਾਹਿਬ ਲਈ ਸੋਈਏ ਉਚਾਰੇ ਹੈ। 16 ਦੇ 16 ਸੋਈਏ ਭੱਟ ਨਲ ਜੀ ਦੇ ਗੁਰੂ ਰਾਮਦਾਸ ਸਾਹਿਬ ਲਈ ਨੇ। ਭੱਟ ਬਲ, ਭੱਟ ਸਲ ਤੇ ਭੱਟ ਨਲ ਇਹ ਕੌਣ ਨੇ? ਪਿਛਲੇ ਦਿਨਾਂ ਜਿਹੜੀ ਆਰੰਭ ਚ ਬੇਨਤੀ ਕੀਤੀ ਸੀ, ਇਹ ਭਗਤ ਭਿੱਖਾ ਜੀ ਦੇ ਭਰਾ ਨੇ। ਜਿੱਦਾਂ ਦੂਜਿਆਂ ਦਾ ਆਪਾਂ ਜ਼ਿਕਰ ਕੀਤਾ ਸੀ ਕਿ ਪੋਤਰੇ ਨੇ, ਭਤੀਜੇ ਨੇ, ਇਹ ਤਿੰਨੇ ਉਹਨਾਂ ਦੇ ਭਰਾ ਨੇ। ਮੈਂ ਫਿਰ ਤੁਹਾਡੇ ਚਰਨਾਂ 'ਚ ਬੇਨਤੀ ਕਰਨਾ ਹੈ, ਆਪ ਜੀਆਂ ਨੇ ਭਾਈ ਸਾਹਿਬ ਹੋਰਾਂ ਤੋਂ ਵੀ ਸੁਣਿਆ ਕਿੰਨਾ ਗੁਰੂ ਦੇ ਚਰਨਾਂ ਨਾਲ ਦੂਰ ਦੂਰ ਤੱਕ ਪਿਆਰ ਹੈ। ਪੂਰੇ ਦੇ ਪੂਰੇ ਪਰਿਵਾਰ ਜੁੜੇ ਹੋਏ ਨੇ। ਦੇਖੋ, ਭਰਾ, ਪੁੱਤਰ, ਭਤੀਜੇ, ਸਾਰੇ ਦਾ ਸਾਰਾ ਪਰਿਵਾਰ ਗੁਰੂ ਚਰਨਾਂ ਨਾਲ ਕਿੰਨਾ ਪਿਆਰ ਕਰਦਾ। ਕਿੰਨੇ ਹੀ ਆਪਾਂ ਇਤਿਹਾਸਕ ਪ੍ਰਮਾਣ ਪੜ੍ਹ ਸਕਨੇ ਆ। ਇਸ ਲਈ ਪਿਆਰ ਵਾਲਿਓ, ਅੱਜ ਦੇ ਇਸ 13ਵੇਂ ਸੋਈਏ ਅੰਦਰ ਭੱਟ ਕੱਲ ਸਹਾਰ ਜੀ ਅੰਮ੍ਰਿਤ ਬਚਨਾਂ ਦੁਆਰਾ ਸਾਡੇ ਤੇ ਬਖਸ਼ਿਸ਼ ਕਰਦੇ ਨੇ। ਕਹਿਣ ਲੱਗੇ, ਦੁਨੀਆ ਦੇ ਲੋਕੋ, ਜਨਕ ਰਾਜਾ ਵੀ ਹੋਇਆ, ਧਿਆਨ ਦੇ ਕੇ ਸੁਣਿਓ। ਪਰ ਜਦੋਂ ਭਾਈ ਕਾਹਨ ਸਿੰਘ ਨਾਭਾ ਨੂੰ ਆਪਾਂ ਪੜ੍ਹਨੇ ਆ, ਉਹਨਾਂ ਨੇ ਵੀ ਅਰਥ ਕੀਤਾ, ਹੋਰ ਡਿਕਸ਼ਨਰੀਆਂ 'ਚ ਵੀ ਅਰਥ ਨੇ। ਜਨਕ ਦਾ ਅਰਥ ਹੁੰਦਾ ਗਿਆਨਵਾਨ, ਜਾਣ ਲੈਣ ਵਾਲਾ। ਕਹਿਣ ਲੱਗੇ, ਦੁਨੀਆ ਕਿਹਨੂੰ ਗਿਆਨ ਜਾਣਵਾਨ ਕਹਿੰਦੀ ਹੈ? ਅਸੀਂ 4 ਸ਼ਬਦ ਜਾਣ ਲੈਨੇ ਆ। ਅਸੀਂ ਕਹਿੰਦੇ ਮੈਂ ਬਹੁਤ ਕੁਝ ਜਾਣਦਾ। ਸੱਚ ਜਾਣਿਓ, ਸਿਆਣੇ ਵਿਦਵਾਨਾਂ ਨੂੰ ਆਪ ਕਿੰਨੇ ਸਮੇਂ ਤੋਂ ਸੁਣਦੇ ਹੋ, ਗੁਰੂ ਦੇ ਅੰਮ੍ਰਿਤ ਬਚਨ ਵਾਰ-ਵਾਰ ਸੁਣਦੇ ਹੋ। ਸਤਿਗੁਰੂ ਕਹਿੰਦੇ, ਜਿਹੜਾ ਕਹਿੰਦਾ ਮੈਂ ਜਾਣਦਾ, ਦੁਨੀਆ ਉਹਨੂੰ ਗਿਆਨੀ ਮੰਨ ਲੈ, ਪਰ ਗੁਰੂ ਗ੍ਰੰਥ ਸਾਹਿਬ ਉਹਨੂੰ ਅਣਜਾਣ ਮੰਨਦੇ ਆ। ਸੋਈ ਅਜਾਨ ਕਹੇ ਮੈਂ ਜਾਣਿਆ। ਕਹਿਣ ਲੱਗੇ, ਉਹ ਤੇ ਬੜਾ ਅਣਜਾਣ ਹੈ ਜਿਹੜਾ ਕਹਿੰਦਾ ਮੈਂ ਜਾਣ ਲਿਆ, ਜਿਹੜਾ ਕਹਿੰਦਾ ਮੈਂ ਪੂਰੇ ਰੱਬ ਨੂੰ ਜਾਣਿਆ। ਹਾਂ, ਇਹ ਗੱਲ ਵਿੱਚ ਕੋਈ ਦੋ ਰਾਵਾਂ ਨਹੀਂ। ਪਰਮਾਤਮਾ ਨੂੰ ਜਾਣਨ ਵਾਲਾ ਕੇਵਲ ਸਤਿਗੁਰੂ ਹੈ। ਪਰ ਕਮਾਲ ਦੇ ਬਚਨ ਹੈ, ਪਰਮਾਤਮਾ ਦਾ ਰੂਪ ਹੋ ਕੇ ਚੇਤੇ ਰੱਖਿਓ। ਫਿਰ ਵੀ ਇਹ ਗੱਲ ਕਹੀ ਹੈ ਵੀ ਮਾਲਕ ਪਰਮਾਤਮਾ ਜੀ ਮੇਰੇ 'ਚ ਕੋਈ ਗੁਣ ਨਹੀਂ,
ਕਿਤੇ ਜਪਜੀ ਸਾਹਿਬ ਚ ਆਪਾਂ ਵਾਰ-ਵਾਰ ਪੜ੍ਹਨੇ ਆ ਵੀ ਮੈਂ ਤੇਰਾ ਅੰਤ ਨਹੀਂ ਪਾ ਸਕਦਾ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਤੇ ਯਾਦ ਰੱਖਿਓ ਅਸੀਂ ਦੋ ਗੱਲਾਂ ਜਾਣ ਕੇ ਕਹਿੰਦੇ ਮੈਂ ਬੜਾ ਕੁਝ ਜਾਣਦਾ। ਹੁਣ ਜੇ ਆਪਾਂ ਅੱਗੇ ਚੱਲ ਕੇ ਇਸ ਗੱਲ ਨੂੰ ਰੱਬੀ ਬਾਣੀ ਚੋਂ ਖੋਲਣ ਦਾ ਪ੍ਰਕਰਨ ਤੇ ਵਿਸ਼ੇ ਵਸਤੂ ਚ ਰਹਿ ਕੇ ਯਤਨ ਕਰਾਂਗੇ। ਚੇਤੇ ਰੱਖਿਆ ਜੇ ਜਿਨ੍ਹਾਂ ਨੇ ਜਾਣਿਆ ਉਹਨਾਂ ਨੇ ਕਿਹਾ ਮੈਂ ਕੁਝ ਨਹੀਂ ਜਾਣਿਆ, ਉਹ ਅਗਿਆਨੀ ਆ ਜਿਹੜੇ ਕਹਿੰਦੇ ਮੈਂ ਬਹੁਤ ਕੁਝ ਜਾਣਿਆ। ਤੇ ਅੱਜ ਦੇ ਇਸ 13ਵੇਂ ਸੋਈਏ ਅੰਦਰ ਭੱਟ ਸਾਹਿਬਾਨ ਜੀ ਨੇ ਰਹਿਮਤ ਕੀਤੀ, ਜਨਕ ਸੋਏ ਜਨ ਜਾਣਿਆ ਉਨ ਮਨ ਰਥ ਧਰਿਆ, ਜਨਕ ਗਿਆਨਵਾਨ ਜਾਣਨ ਵਾਲਾ। ਇਹਦੇ ਦੂਜੇ ਤਰੀਕੇ ਨਾਲ ਵੀ ਸੁਣਿਓ, ਜਨਕ ਲਈ ਇਹ ਮੰਨਿਆ ਜਾਂਦਾ ਸੀ ਉਹ ਬਹੁਤ ਗਿਆਨਵਾਨ ਹੈ, ਉਹ ਬਹੁਤ ਵਿਦਵਾਨ ਹੈ, ਉਹਦੇ ਵਰਗਾ ਹੋਰ ਕੋਈ ਨਹੀਂ। ਪਰ ਭੱਟ ਸਾਹਿਬਾਨ ਜੀ ਨੇ ਕਹਿਣ ਲੱਗੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਅਸਲ ਵਿੱਚ ਤੁਸੀਂ ਗਿਆਨਵਾਨ ਹੋ, ਤੁਸੀਂ ਉਹ ਜਾਣਨ ਵਾਲੇ ਹੋ ਜਿਹਨੇ ਮਾਲਕ ਪ੍ਰਮਾਤਮਾ ਨੂੰ ਜਾਣਿਆ। ਜਨਕ ਸੋਏ ਜਨ ਜਾਣਿਆ ਉਨ ਮਨ ਦਾ ਅਰਥ ਹੁੰਦਾ ਪੂਰਨ ਖੜਾਓ, ਸਦੀਵੀ ਵਿਗਾਸ, ਸਦਾ ਵਿਕਸਿਆ ਰਹਿਣ ਵਾਲਾ। ਉਹ ਕੌਣ ਰਹਿੰਦਾ ਹੈ? ਨਾਨਕ ਭਗਤਾਂ ਸਦਾ ਵਿਗਾਸ। ਸੁਣਿਆ ਹੈ ਦੁੱਖ ਪਾਪ ਦਾ ਨਾਸ, ਦੁੱਖਾਂ ਪਾਪਾਂ ਦਾ ਨਾਸ ਹੁੰਦਾ ਤਾਂ ਖੇੜਾ ਹੁੰਦਾ ਹੈ। ਜਿੰਨੀ ਦੇਰ ਬੰਦਾ ਚਿੰਤਾ ਵਿੱਚ ਧਿਆਨ ਦਿਓ ਉਨੀ ਦੇਰ ਚੇਤਾ ਨਹੀਂ ਆਉਂਦਾ। ਚਿੰਤਾ ਦੂਰ ਕਰਨ ਦਾ ਗੁਰਮਤਿ ਨੇ ਇੱਕੋ ਤਰੀਕਾ ਦੱਸਿਆ ਵੀ ਰੱਬ ਦਾ ਚਿੰਤਨ ਕਰਿਆ ਕਰ। ਰੱਬ ਦਾ ਚਿੰਤਨ, ਰੱਬ ਦਾ ਸਿਮਰਨ, ਉਹਦੀ ਇਬਾਦਤ, ਉਹਦਾ ਭਜਨ ਪ੍ਰਤਾਪ ਹੀ ਚਿੰਤਾ ਨੂੰ ਦੂਰ ਕਰ ਸਕਦਾ। ਰੱਬੀ ਬਾਣੀ ਚੋਂ ਪ੍ਰਮਾਣ ਤੇ ਆਪਾਂ ਪੜ੍ਹਨੀ ਹੈ ਨਾ ਕਿ ਧੁਰ ਕੀ ਬਾਣੀ ਆਈ ਤੈਨੂੰ ਸਗਲੀ ਚਿੰਤ ਮਿਟਾਈ। ਜਦੋਂ ਰੱਬੀ ਬਾਣੀ ਦਾ ਚਿੰਤਨ ਕਰਨ ਲੱਗ ਪਿਆ ਫਿਰ ਦੁਨੀਆ ਦੀ ਚਿੰਤਾ ਨਹੀਂ ਰਹੇਗੀ, ਫਿਰ ਬਾਹਰੀ ਚਿੰਤਾ ਖਤਮ ਹੋ ਜਾਏਗੀ। ਚਿੰਤਨ ਚਿੰਤਾ ਨੂੰ ਖਤਮ ਕਰੇਗਾ। ਤੇ ਭੱਟ ਸਾਹਿਬਾਨ ਕਹਿਣ ਲੱਗੇ ਉਨ ਮਨ। ਉਨ ਮਨ ਦਾ ਅਰਥ ਹੈ ਹਿਰਦੇ ਵਿੱਚ ਮਨ ਦਾ ਖੜਾਓ, ਪੂਰਨ ਖੜਾਓ। ਰਥ ਸ਼ਬਦ ਦਾ ਅਰਥ ਹੁੰਦਾ ਚੱਲਣਾ। ਰਥ ਸ਼ਬਦ ਤੇ ਆਪਾਂ ਅੱਜ ਤੱਕ ਸੁਣਦੇ ਆ ਜੀ ਏਡੇ ਵੱਡੇ ਰਥ ਸੀ, ਰਥ ਦਾ ਅਰਥ ਹੁੰਦਾ ਚੱਲਣਾ, ਪ੍ਰਵਾਹ। ਉਨ ਮਨ ਰਥ ਦਾ ਅਰਥ ਹੈ ਪੂਰਨ ਖੜਾਓ ਹੈ। ਉਨ ਮਨ ਦਾ ਅਰਥ ਪੂਰਨ ਖੜਾਓ। ਰਥ ਦਾ ਅਰਥ ਹੈ ਮਨ ਦਾ ਪ੍ਰਵਾਹ, ਜਿਹੜਾ ਮਨ ਚੱਲ ਰਿਹਾ ਹੈ। ਫਿਰ ਬੇਨਤੀ ਸੁਣਿਓ, ਸੁੱਖ ਕਾਹਦੇ ਵਿੱਚ ਹੈ? ਧਿਆਨ ਨਾਲ ਸਮਝਿਆ ਜੇ ਬੇਨਤੀ ਨੂੰ। ਸੁੱਖ ਹੁੰਦਾ ਹੈ ਮਨ ਦੇ ਟਿਕਾਅ ਵਿੱਚ, ਤੇ ਮਨ ਦਾ ਟਿਕਾਅ ਕਿੱਥੋਂ ਆਉਂਦਾ ਹੈ? ਉਹ ਹੈ ਪ੍ਰਮਾਤਮਾ ਦੇ ਨਾਮ ਵਿੱਚ। ਸੁਖਮਨੀ ਸਾਹਿਬ ਦਾ ਪੂਰਨ ਵਿਸ਼ਾ ਵਸਤੂ ਇੱਕੋ ਗੱਲ ਤੇ ਖੜਾ ਹੈ। 24 ਦੇ 24 ਸ਼ਲੋਕ, ਅਸ਼ਟਪਦੀਆਂ ਇੱਕੋ ਗੱਲ ਤੇ ਖੜੀਆਂ, ਇੱਕੋ ਹੀ ਕੇਂਦਰ ਹੈ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਮਿਲਦਾ ਕਿੱਥੋਂ? ਭਗਤ ਜਨਾ ਕੈ ਮਨ ਵਿਸਰਾਮ, ਮਨ ਦਾ ਵਿਸਰਾਮ। ਉਨ ਮਨ ਰਥ, ਜਿਹੜਾ ਮਨ ਦਾ ਖੜਾਓ ਹੈ, ਜਿਹੜਾ ਪੂਰਨ ਖੜਾਓ ਹੈ, ਜਿਹੜਾ ਰਥ ਵਾਂਗੂ ਮਨ ਚੱਲਦਾ ਸੀ, ਮਨ ਦਾ ਪ੍ਰਵਾਹ ਸੀ, ਧਰਿਆ। ਧਰਿਆ ਆਪਾਂ ਉਹ ਚੀਜ਼ ਨੂੰ ਕਹਿੰਦੇ ਜਿਹੜੀ ਟਿਕੀ ਹੋਵੇ, ਵੀ ਇੱਥੇ ਧਰਦੇ, ਭਾਵ ਉਹਦਾ ਟਿਕਾ ਹੋ ਜਾਣਾ। ਕਹਿਣ ਲੱਗੇ ਉਹਨੂੰ ਗਿਆਨਵਾਨ ਮੰਨਿਆ ਜਾਂਦਾ ਜਿਹੜਾ ਮਾਲਕ ਪ੍ਰਮਾਤਮਾ ਨੂੰ ਜਾਣ ਲਵੇ। ਤੇ ਭੱਟ ਸਾਹਿਬਾਨ ਕਹਿਣ ਲੱਗੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਅਸਲ ਵਿੱਚ ਤੁਸੀਂ ਉਹ ਗਿਆਨਵਾਨ ਹੋ ਜਿਨ੍ਹਾਂ ਨੇ ਮਾਲਕ ਨੂੰ ਜਾਣਿਆ ਤੇ ਮਨ ਦੇ ਪ੍ਰਵਾਹ ਨੂੰ ਟਿਕਾ ਕੇ ਆਪਣੇ ਅੰਦਰ ਮਾਲਕ ਪ੍ਰਮਾਤਮਾ ਨੂੰ ਜਾਣਿਆ। ਸਤ ਸੰਤੋਖ ਸਮਾਚਰੇ। ਬੇਨਤੀ ਸੁਣਿਓ, ਸਮਾਚਰੇ ਦਾ ਅਰਥ ਹੁੰਦਾ ਇਕੱਠੇ ਕਰ ਲੈਣੇ। ਸਤ ਤੇ ਸੰਤੋਖ ਇਹ ਦੋਵੇਂ ਜਿਹੜੇ ਰੱਬੀ ਦੈਵੀ ਗੁਣ ਨੇ ਇਹ ਤੁਹਾਡੇ ਅੰਦਰ ਟਿਕੇ ਨੇ। ਤੇ ਕੇਵਲ ਟਿਕੇ, ਕੇਵਲ ਇਕੱਠੇ ਕਰਕੇ ਨਹੀਂ ਰੱਖ ਲੈ। ਅੱਜ ਮੰਨੋ ਮੈਂ ਸੰਤੋਖ ਬਾਰੇ ਬਹੁਤ ਕੁਝ ਬੋਲਦੇ ਆ, ਪਰ ਜੇ ਮੇਰੀ ਜ਼ਿੰਦਗੀ ਵਿੱਚ ਲਾਗੂ ਨਾ ਹੋਵੇ ਉਹ ਸਮਾਚਰੇ ਨਹੀਂ ਹੁੰਦਾ। ਸਮਾਚਰੇ ਸ਼ਬਦ ਬਣਿਆ ਸਮ ਜਮਾ ਆਚਾਰ। ਸਮਾਚਰੇ ਭਾਵ ਉਹਨਾਂ ਨੂੰ ਕੇਵਲ ਟਿਕਾਉਣਾ ਨਹੀਂ, ਆਚਾਰ ਉਹਨੂੰ ਆਚਾਰ ਵਿੱਚ ਵੀ ਲੈ ਕੇ ਆਉਣਾ। ਤੁਸੀਂ ਸੱਤ ਤੇ ਸੰਤੋਖ ਬਾਰੇ ਜਾਣ ਲੈਣਾ ਹੋਰ ਗੱਲ ਹੈ, ਉਹਨੂੰ ਆਚਰਣ ਵਿੱਚ ਲੈ ਕੇ ਆਉਣਾ ਹੋਰ ਗੱਲ ਹੈ। ਭੱਟ ਸਾਹਿਬਾਨ ਕਹਿਣ ਲੱਗੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਤੁਸੀਂ ਸੱਤ ਸੰਤੋਖ ਸਮਾਚਰੇ, ਤੁਸੀਂ ਸੱਤ ਤੇ ਸੰਤੋਖ ਨੂੰ ਅੰਦਰ ਇਕੱਠਿਆਂ ਕਰਕੇ ਜੀਵਨ ਵਿੱਚ ਲਾਗੂ ਕੀਤਾ। ਆ ਭਰਾ ਸਰ ਭਰਿਆ। ਆ ਭਰੇ ਦਾ ਅਰਥ ਹੈ ਖਾਲੀ, ਆ ਭਰਾ ਖਾਲੀ, ਆ ਭਰਾ ਨਾ ਭਰਿਆ ਜਾਣ ਵਾਲਾ। ਜਿਹੜਾ ਮਨ ਸੀ ਨਾ ਜਿਹਦੇ ਲਈ ਆਪਾਂ ਰੱਬੀ ਬਾਣੀ ਚ ਪੜ੍ਹਨੇ ਆ ਕਿ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਜਿਹੜਾ ਕਦੇ ਰੱਜਦਾ ਨਹੀਂ। ਤੁਸੀਂ ਸੱਤ ਤੇ ਸੰਤੋਖ ਨੂੰ ਇਸ ਤਰੀਕੇ ਨਾਲ ਅੰਦਰ ਟਿਕਾਇਆ ਕਿ ਖਾਲੀ ਮਨ, ਨਾ ਰੱਜਣ ਵਾਲਾ ਮਨ, ਨਾ ਤ੍ਰਿਪਤ ਹੋਣ ਵਾਲਾ ਮਨ ਹੈ ਜਿਹੜਾ ਇੱਕਦਮ ਤ੍ਰਿਪਤ ਹੋ ਗਿਆ। ਆ ਭਰਾ ਸਰ ਭਰਿਆ।
ਅਕਥ ਕਥਾ ਅਮਰਾਪੁਰੀ। ਜਿਹੜੀ ਇਹ ਅਵਸਥਾ ਨਾ, ਜਿਹੜੀ ਕਥਨ ਤੋਂ ਪਾਰ ਕਥਾ, ਕਈ ਜਾਣ ਤੋਂ ਪਰੇ, ਅਮਰਾਪੁਰੀ ਸਦਾ ਅਮਰ ਰਹਿਣ ਵਾਲੀ ਅਵਸਥਾ, ਸਦਾ ਸੱਚਖੰਡੀ ਅਵਸਥਾ, ਸਦਾ ਪ੍ਰਮਾਤਮਾ ਦਾ ਮਿਲਾਪ। ਜਿਸ ਦੇ ਸੋ ਭਾਵੈ। ਬੇਨਤੀ ਸੁਣਿਓ, ਇਹ ਉਹਨੂੰ ਮਿਲਦੀ ਹੈ ਜਿਹਦੇ ਤੇ ਮਾਲਕ ਟੁੱਟ ਕੇ ਦੇ ਦੇਵੇ। ਵਾਰ ਵਾਰ ਚੇਤੇ ਰੱਖਿਓ, ਕਰਮ ਕਰਨੇ ਬਹੁਤ ਚੰਗੀ ਗੱਲ ਹੈ, ਸ਼ੁਭ ਗੁਣ ਧਾਰਨ ਕਰਨੇ ਬਹੁਤ ਚੰਗੀ ਗੱਲ ਹੈ, ਸੇਵਾ ਸਿਮਰਨ ਕਰਨਾ ਰੱਬ ਦਾ ਰਾਹ ਹੈ। ਪਰ ਇਹ ਗੱਲ ਚੇਤੇ ਰੱਖਿਓ, ਕਰਦਿਆਂ ਕਰਦਿਆਂ ਇਹ ਗੱਲ ਦਾ ਪਤਾ ਲੱਗਣਾ ਵੀ ਕਰਮੀ ਆਵੇ ਕੱਪੜਾ, ਨਜ਼ਰੀ ਮੁਖ ਦੁਆਰ, ਮਿਲਾਪ ਤੇ ਬਖਸ਼ਿਸ਼ ਤੇ ਖੜਾ। ਇਹ ਮਾਲਕ ਦੀ ਤੇਰੀ ਰਹਿਮਤ ਹੈ। ਕਈਆਂ ਨੂੰ ਤੁਸੀਂ ਉਸੇ ਕੋਈ ਚਰਨਾ ਚਾਹੁੰਦਾ ਹੈ, ਪਹਿਲੇ ਦਿਨ ਚੁੱਕ ਕੇ ਗਾਣਾ ਲਾ ਲੈਂਦੇ ਹੋ। ਸੱਚ ਜਾਣਿਓ, ਕਈਆਂ ਨੂੰ ਆਉਂਦਿਆਂ 20 ਸਾਲ ਚੱਲ ਗਏ, ਪਰ ਅਜੇ ਵੀ ਰੱਬ ਤੋਂ ਦੂਰੀ ਬਣੀ ਹੈ। ਇਸ ਲਈ ਭੱਟ ਸਾਹਿਬਾਨ ਕਹਿਣ ਲੱਗੇ, ਸੱਚੇ ਪਾਤਸ਼ਾਹ ਗਰੀਬ ਨਵਾਜ, ਅਕਥ ਕਥਾ ਅਮਰਾਪੁਰੀ। ਜਿਸ ਦੇ ਸੋ ਭਾਵੇ, ਭਾਵ ਜਿਹੜੀ ਉੱਪਰਲੀ ਬਖਸ਼ਿਸ਼ ਹੈ ਨਾ, ਤੁਸੀਂ ਉਹਨੂੰ ਜਾਣਿਆ, ਉਹਦੇ ਵਿੱਚ ਲੀਨ ਹੋ ਗਏ, ਸਤ ਸੰਤੋਖ ਸਮਾਚਰੇ ਕਰ ਲਿਆ, ਆ ਭਰਾ ਸਰ ਭਰਿਆ, ਅੰਦਰੋਂ ਤ੍ਰਿਪਤ ਹੋ ਗਏ। ਇਹ ਮਾਲਕ ਦੀ ਦਾਤ ਹੈ। ਸਾਹਿਬ ਹੱਥ ਵਡਿਆਈਆਂ ਜਿਸ ਭਾਵੈ ਤਿਸ ਦੇ, ਜਿਸ ਦੇ ਸੋ ਭਾਵੈ। ਇਹੋ ਜਨਕ ਰਾਜ ਗੁਰੂ ਰਾਮਦਾਸ ਕੁਝ ਹੀ ਬਣਿਆ ਵੈ। ਇਹ ਜਿਹੜਾ ਜਨਕ ਰਾਜ, ਇੱਥੇ ਜਨਕ ਰਾਜ ਦਾ ਅਰਥ ਆਪਾਂ ਸਮਝਾਂਗੇ ਕਿ ਉਹ ਆਤਮ ਪ੍ਰਕਾਸ਼ ਦੀ ਅਵਸਥਾ, ਪੂਰਨ ਖੜਾਓ ਵਾਲੀ ਅਵਸਥਾ। ਜਿਹੜਾ ਇਹ ਗੁਰੂ ਰਾਮਦਾਸ ਸਾਹਿਬ, ਇਹ ਜਨਕ ਰਾਜ, ਜਿਹੜੀ ਇਹ ਆਤਮ ਪ੍ਰਕਾਸ਼ ਦੀ ਅਵਸਥਾ ਹੈ, ਕੁਝ ਹੀ ਬਣ ਆਵੇ। ਇਹ ਕੇਵਲ ਤੁਹਾਨੂੰ ਬਣ ਕੇ ਆਈ ਹੈ, ਇਹ ਕੇਵਲ ਤੁਹਾਡੇ ਤੇ ਬਖਸ਼ਿਸ਼ ਹੋਈ ਹੈ। ਔਰ ਇੱਥੋਂ ਤੱਕ ਪਿਆਰੇ ਹੋਏ 13 ਦੇ 13 ਜਿਹੜੇ ਸੋਈਏ ਹੈ, ਫਿਰ ਤੁਹਾਨੂੰ ਚੇਤੇ ਕਰਾ ਦਿਆਂ, ਇਹ ਭੱਟ ਕਲ ਸਹਾਰਦੇ ਨੇ। ਔਰ 11 ਦੇ 11 ਭੱਟਾਂ ਚੋਂ 54 ਸੋਈਏ ਕੇਵਲ ਤੇ ਕੇਵਲ ਭੱਟ ਕਲ ਸਹਾਰਦੇ ਨੇ। 10-10 ਸੋਈਏ ਪਹਿਲੇ ਤੇ ਦੂਸਰੇ ਪਾਤਸ਼ਾਹ ਲਈ, 9 ਸੋਈਏ ਗੁਰੂ ਅਮਰਦਾਸ ਸਾਹਿਬ ਲਈ, 13 ਸੋਈਏ ਗੁਰੂ ਰਾਮਦਾਸ ਸਾਹਿਬ ਲਈ, 12 ਸੋਈਏ ਅੱਗੇ ਗੁਰੂ ਅਰਜਨ ਦੇਵ ਸਾਹਿਬ ਲਈ। ਇਹ 54 ਹੋ ਗਏ। ਇਦੋਂ ਅੱਗੇ ਜਿਹੜੇ ਸੋਈਏ ਆਰੰਭ ਹੁੰਦੇ ਹੈ, ਅਗਲੀ ਬੇਨਤੀ ਕੁਝ ਆਪਾਂ ਕੱਲ ਰਹਿੰਦੇ ਦਿਨ ਚ ਬੇਨਤੀ ਸਮਝਾਂਗੇ। ਇੱਥੋਂ ਤੱਕ ਸੀ 4 ਤੁਕਾਂ ਤੇ 2 ਬੰਦ ਵਾਲੇ ਸੋਈਏ। ਅਗਲੇ ਸੋਈਏ ਜਿਹਨੂੰ ਆਪਾਂ ਕਹਿ ਸਕਦੇ ਸੌਖੇ ਆ ਵੀ ਲਮੇਰੇ ਨੇ, ਉਹ 6 ਤੁਕਾਂ ਵਾਲੇ ਨੇ। ਮਾਤਰਾ ਦੀ ਗੱਲ ਕੱਲ ਦੇ ਛੰਦਾਂ ਵਿੱਚ ਕਰਨ ਦਾ ਯਤਨ ਕਰਾਂਗੇ। ਉੱਥੋਂ ਸੋਈਆ ਅਗਲਾ ਆਰੰਭ ਹੁੰਦਾ 14ਵਾਂ, ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ, ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੈ ਜੀਓ। ਇਹਨੂੰ ਆਪਾਂ ਛੰਦਾਂ ਦੇ ਰੂਪ ਚ ਕੱਲ ਬੇਨਤੀ ਕਰਾਂਗੇ ਤੁਹਾਡੇ ਚਰਨਾਂ। ਅੱਜ ਸ਼ਬਦੀ ਅਰਥਾਂ ਤੇ ਰੋਕ ਕੇ ਸਮਝਿਓ। ਜਿਹੜਾ ਬੰਦਾ ਵੀ ਮਾਲਕ ਪ੍ਰਮਾਤਮਾ ਦੇ ਨਾਮ ਨਾਲ, ਕੱਲੇ ਕੱਲੇ ਅੱਖਰ ਸ਼ਬਦ ਨੂੰ ਸੁਣਿਓ, ਸਤਿਗੁਰ ਨਾਮ, ਜਿਹੜਾ ਸਤਿਗੁਰੂ ਦੇ ਨਾਮ ਨਾਲ, ਭਾਵ ਗੁਰੂ ਕੇ ਬਚਨ ਨਾਲ, ਗੁਰੂ ਕੇ ਸ਼ਬਦ ਨਾਲ ਜੁੜਦਾ ਕਿਵੇਂ ਹੈ? ਏਕ ਲਿਵ, ਏਕ ਲਿਵ ਮਨ ਜਪੈ ਦ੍ਰਿੜ। ਮਨ ਦੇ ਨੰਨੇ ਨੂੰ ਸਿਹਾਰੀ ਹੈ। ਜਿਹੜਾ ਮਨ ਵਿੱਚ ਦ੍ਰਿੜਤਾ ਨਾਲ ਇੱਕ ਰੱਬ ਦਾ ਨਾਮ ਜਪਦਾ ਹੈ, ਇੱਕੋ ਦਾ ਭਰੋਸਾ ਰੱਖਦਾ ਹੈ, ਉਹ ਕਹਿੰਦਾ ਮਾਲਕ ਜੀ ਕੋਈ ਹੋਰ ਮੇਰੀ ਟੇਕ ਨਹੀਂ, ਮੇਰੀ ਟੇਕ ਕੇਵਲ ਤੂੰ ਹੈ। ਕੋਈ ਇੰਨੀ ਦ੍ਰਿੜਤਾ ਨਾਲ ਜਦੋਂ ਮਾਲਕ ਪ੍ਰਮਾਤਮਾ ਦਾ ਕੋਈ ਨਾਮ ਜਪਦਾ ਹੈ, ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੇ ਜੀਓ। ਹੁਣ ਭੱਟ ਸਾਹਿਬਾਨ ਦੀ ਰੱਬੀ ਬਾਣੀ ਦਾ ਫੈਸਲਾ ਹੈ, ਭਾਵੇਂ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਹੈ। ਇਹ ਕਿਸੇ ਬੰਦੇ ਦੇ ਸਿਧਾਂਤ ਨਹੀਂ ਵੀ ਕੱਲ ਨੂੰ ਕੋਈ ਬੰਦਾ ਕਹੇ। ਬੇਨਤੀ ਸੁਣਿਓ, ਸਾਡੀ ਜ਼ਿੰਦਗੀ ਦੀ ਇਹ ਸਮੱਸਿਆ ਨਾ, ਬੜੇ ਫੋਨ ਆਉਂਦੇ, ਬੜੇ ਲੋਕ ਸੰਗਤ ਵਿਚਾਰ ਕਰਦੇ ਵੀ ਅਸੀਂ ਬਾਣੀ ਪੜ੍ਹਦੇ ਹਾਂ, ਦੁੱਖ ਫਿਰ ਵੀ ਆ ਰਹੇ ਹੈ। ਬਾਣੀ ਪੜ੍ਹਦੇ ਹਾਂ, ਚਿੰਤਾ ਫਿਰ ਵੀ ਹੈ। ਬਾਣੀ ਪੜ੍ਹਦੇ ਹਾਂ, ਨਿਰਾਸ਼ਾ ਅਜੇ ਵੀ ਹੈ। ਦਵਾਈ ਖਾਂਦਿਆਂ ਵੀ ਕਈ ਵਾਰੀ ਦਵਾਈ ਲੱਗਦੀ ਨਹੀਂ। ਉਦਾਹਰਨ ਗੱਲ ਸਮਝ ਆ ਜਾਏ, ਦਵਾਈ ਖਾ ਰਹੇ ਹੈ, ਮੈਡੀਸਨ ਲੈ ਰਹੇ ਹੈ, ਪਰ ਬਿਮਾਰੀ ਲਗਾਤਾਰ ਬਣੀ ਹੋਈ ਹੈ। ਉਹਦਾ ਮਤਲਬ ਕੀ ਹੁੰਦਾ ਹੈ ਵੀ ਅਜੇ ਤੱਕ ਦਵਾਈ ਸਰੀਰ ਵਿੱਚ ਪਰਿਜਰਮ ਹੋਣੀ ਸ਼ੁਰੂ ਨਹੀਂ ਹੋਈ, ਅਜੇ ਲੱਗਣੀ ਸ਼ੁਰੂ ਨਹੀਂ ਹੋਈ। ਤੇ ਚੇਤੇ ਰੱਖਿਆ ਜੇ ਰੱਬੀ ਬਾਣੀ ਨੂੰ ਪੜ੍ਹਦੇ ਰਹੋ, ਅੱਜ ਨਹੀਂ ਤੇ ਕੱਲ, ਕੱਲ ਨਹੀਂ ਤੇ ਪਰਸੋਂ। ਭਰੋਸਾ ਰੱਖਿਓ ਦ੍ਰਿੜ, ਕੇਵਲ ਵਿਸ਼ਵਾਸ ਵੀ ਜੋ ਮਰਜ਼ੀ ਹੋਵੇ ਸਤਿਗੁਰੂ, ਮੈਨੂੰ ਤੇ ਇੱਕੋ ਗੱਲ ਦੀ ਸਮਝ ਆ ਗਈ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ। ਮੈਨੂੰ ਤੂੰ ਇਹ ਗੱਲ ਸਮਝਾ ਦਿੱਤੀ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਮਨ 'ਚ ਦ੍ਰਿੜਤਾ ਰੱਖਣੀ। ਜਦੋਂ ਪਿਆਰ ਵਾਲੇ ਫਿਰ ਮਨ 'ਚ ਕੋਈ ਦ੍ਰਿੜਤਾ ਰੱਖਦਾ ਹੈ, ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੇ ਜੀਓ। ਕਹਿੰਦੇ ਉੱਥੇ ਪਾਪ ਹੈ ਜਿਹੜੇ ਉਹ ਨਾਸ਼ ਹੋ ਜਾਂਦੇ ਐ। ਉਹਨੂੰ ਪਾਪ ਪਰੇਸ਼ਾਨ ਨਹੀਂ ਕਰਦਾ। ਬੇਨਤੀ ਸੁਣਿਓ, ਸਾਨੂੰ ਪਾਪ ਪਰੇਸ਼ਾਨ ਕਰਦਾ ਹੈ।
ਅਸੀਂ ਕੋਈ ਸਹੀ ਕੰਮ ਕਰਕੇ ਆਸ ਰੱਖਦੇ ਹਾਂ ਵੀ ਸਾਡੀ ਕੋਈ ਉਸਤਤ ਕਰੇ। ਸਹੀ ਕੰਮ ਕੀਤੇ ਤੋਂ ਬਾਅਦ ਫਿਰ ਵੀ ਕੋਈ ਸਾਨੂੰ ਮਾੜਾ ਕਹੇ, ਸੱਚ ਜਾਣਿਓ ਕੋਈ ਤੁਹਾਡੇ ਤੋਂ, ਤੁਸੀਂ ਆਪ ਜੀ ਗੁਰਮੁਖ ਹੋਵੋਗੇ, ਕੋਈ ਵਿਰਲਾ ਬਚਦਾ ਹੈ, ਨਹੀਂ ਅੰਦਰ ਪਰੇਸ਼ਾਨੀ ਹੋ ਜਾਂਦੀ ਵੀ ਕੰਮ ਇੰਨੇ ਚੰਗੇ ਕੀਤੇ, ਇਹ ਅਜੇ ਵੀ ਕਹੀ ਜਾਂਦਾ ਬੜਾ ਮਾੜਾ ਹੈ। ਪਰ ਜਿਹੜੇ ਰੱਬ ਦੇ ਪਿਆਰੇ ਨੇ, ਜਿਹੜੇ ਦ੍ਰਿੜਤਾ ਨਾਲ ਉਹਦੇ ਨਾਮ ਜੁੜ ਜਾਂਦੇ ਨੇ, ਉਹਨੂੰ ਦੋਵੇਂ ਚੀਜ਼ਾਂ ਪਾਉਂਦੀਆਂ ਨਹੀਂ। ਨਾ ਤੇ ਉਹਨੂੰ ਬਾਹਰੀ ਵਿਕਾਰ ਪਾਪ ਪਾਉਂਦੇ ਆ, ਨਾ ਹੀ ਉਹਨੂੰ ਕਿਸੇ ਦਾ ਬੋਲਿਆ ਸ਼ਬਦ ਪਰੇਸ਼ਾਨ ਕਰਦਾ, ਤੇ ਨਾ ਹੀ ਉਹਨੂੰ ਦੁੱਖ ਲੱਗਦਾ। ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੇ ਜੀ। ਥੋੜੀ ਜਿਹੀ ਬੇਨਤੀ ਤਾਸ ਨਾਲ ਜੋੜ ਕੇ ਕਰਨੀ ਚਾਹਾਂਗਾ, ਬਹੁਤ ਧਿਆਨ ਨਾਲ ਸੁਣਿਓ। ਜਿੱਥੇ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾਤਾਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਆਪਾਂ ਮਨਾਇਆ ਹੈ, ਤਿੰਨੇ ਗੁਰੂ ਕੇ ਸਿੱਖਾਂ ਦੀ ਸ਼ਹਾਦਤ ਦੀ ਗੱਲ ਕੀਤੀ ਹੈ। ਬੇਨਤੀ ਕਰਨੀ ਚਾਹੁੰਦਾ, ਬਹੁਤ ਧਿਆਨ ਨਾਲ ਸੁਣਿਓ, ਬਹੁਤ ਟਿਕ ਕੇ ਸਮਝਿਓ ਇਸ ਗੱਲ ਨੂੰ। ਵੇਖੋ, ਜੇ ਤੁਸੀਂ ਆਪਣੀ ਮਰਜ਼ੀ ਨਾਲ ਕਹੋਗੇ ਵੀ ਕੋਈ ਮੈਨੂੰ ਚੀਰੇ, ਕੋਈ ਮੇਰੇ ਤੇ ਫੱਟ ਲਾਏ, ਤੇ ਮੈਂ ਦੁੱਖ ਨਹੀਂ ਆਪਣੇ ਆਪ ਨੂੰ ਹੋਣ ਦੇਣਾ, ਕਦੇ ਨਹੀਂ ਹੁੰਦਾ। ਆਪਰੇਸ਼ਨ ਵੀ ਡਾਕਟਰ ਕਰਦਾ, ਇਹਨੂੰ ਧਿਆਨ ਨਾਲ ਸੁਣਿਓ। ਉਹ ਵੀ ਪਹਿਲਾਂ ਇਹ ਯਤਨ ਕਰਦਾ ਹੈ, ਐਕਸੀਡੈਂਟ ਦੀ ਬੇਹੋਸ਼ੀ, ਡਾਕਟਰ ਦੀ ਬੇਹੋਸ਼ੀ। ਵੇਖੋ, ਕਈ ਵਾਰੀ ਇੱਥੋਂ ਤੱਕ ਅੱਜ ਸਮੇਂ ਸੰਸਾਰ 'ਚ ਹੁੰਦਾ ਹੈ ਵੀ ਆਪਰੇਸ਼ਨ ਹੋ ਰਿਹਾ, ਜਿਹਦਾ ਆਪਰੇਸ਼ਨ ਹੁੰਦਾ ਹੈ ਉਹ ਸਕਰੀਨ ਤੇ ਦਿਖ ਰਿਹਾ ਉਹਨੂੰ ਵੀ ਮੇਰੇ ਸਰੀਰ ਦੀ ਚੀਰ ਫਾੜ ਕੀਤੀ ਜਾ ਰਹੀ ਹੈ, ਪਰ ਕਮਾਲ ਹੈ ਦਿਖ ਉਹਨੂੰ ਰਿਹਾ ਹੈ, ਪਰ ਉਹਨੂੰ ਦੁੱਖ ਨਹੀਂ ਹੋ ਰਿਹਾ। ਕਿਉਂ? ਕਿਉਂਕਿ ਫਾਰ ਦਾ ਟਾਈਮ ਵੀ ਕੁਝ ਸਮੇਂ ਲਈ ਸਰੀਰ ਦੇ ਨਾਲੋਂ ਉਹ ਚੀਜ਼ ਨੂੰ ਬੇਹੋਸ਼ ਕਰ ਦਿੱਤਾ ਗਿਆ, ਜਾਣਨ ਵਾਲੀ ਸੁਰਤ ਨੂੰ। ਤੇ ਗੁਰੂ ਤੇ ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੇ ਜੀਓ, ਜਿਹੜਾ ਏਕ ਲੈਵ ਮਨ ਜਪੈ ਦ੍ਰਿੜ। ਆਹ ਗੱਲ ਚੇਤੇ ਰੱਖਿਓ, ਦ੍ਰਿੜਤਾ ਨਾਲ ਮਾਲਕ ਦਾ ਨਾਮ ਜਪਦਾ ਹੈ। ਗੁਰਸਿੱਖ ਦੀ ਸੁਰਤ ਇੰਨੀ ਉੱਚੀ ਹੋ ਗਈ, ਕੀ ਹੋਇਆ? ਸੁਰਤ ਹੈ ਜਿਹੜੀ ਜਿਉਂਦੇ ਆ ਸਰੀਰ ਨਾਲੋਂ, ਸਰੀਰ ਵਿੱਚ ਰਹਿੰਦੇ ਆ ਡਿਸਕਨੈਕਟ ਹੈ, ਸਮਝਦੇ ਹੋ ਬੇਨਤੀ? ਸਰੀਰ ਨਾਲੋਂ ਉੱਚੀ ਰਹਿੰਦੀ ਹੈ। ਚੌਥੇ ਪਦ ਮੈਂ ਜਨ ਕੀ ਜਿੰਦ ਹੈ। ਜਿਵੇਂ ਦੁਨੀਆ ਵਹਿੰਦੀ ਹੈ ਸਰੀਰ ਨੂੰ ਚੀਰੀ ਦਿਆਂ, ਉਵੇਂ ਭਾਈ ਮਤੀ ਦਾਸ ਵੇਖ ਰਿਹਾ, ਆਪ ਹੀ ਆਪਣੇ ਸਰੀਰ ਨੂੰ ਚੀਰੀਦਿਆਂ ਵੇਖ ਰਿਹਾ। ਮੰਨੋ ਰੱਬੀ ਬਾਣੀ ਦਾ ਸਿਧਾਂਤ ਪੜਿਆ ਜਾ ਰਿਹਾ ਹੈ ਕਿ ਭਲਿਆ ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੇ ਜੀਓ। ਇੱਥੇ ਕਿੱਥੇ ਦੁੱਖ? ਆਰੇ ਨਾਲ ਚੀਰਨ ਵਾਲੇ ਦੇ ਹੱਥ ਤੇ ਥੜਕ ਸਕਦੇ ਆ। ਜਿਹਨੂੰ ਚੀਰਿਆ ਜਾ ਰਿਹਾ ਉਹ ਕੀ ਮੰਗਦਾ ਪਤਾ? ਜਿੱਥੇ ਹੋਰ ਮੰਗਾਂ ਮੰਗੀਆਂ ਨਾ, ਭਾਵ ਉਹਨਾਂ ਨੇ ਖਵਾਇਸ਼ਾਂ ਪੁੱਛੀਆਂ। ਇੱਕ ਗੱਲ ਉਹਨੇ ਗੁਰੂ ਕੇ ਸਿੱਖ ਭਾਈ ਮਤੀ ਦਾਸ ਨੇ ਕਹੀ, ਕਹਿਣ ਲੱਗਾ ਜਦੋਂ ਆਰੇ ਨਾਲ ਚੀਰਨ ਲੱਗੇ ਨਾ, ਦੋ ਗੱਲਾਂ ਦਾ ਖਿਆਲ ਰੱਖਣਾ ਹੈ। ਇੱਕ ਤੇ ਆਰੇ ਨੂੰ ਬਹੁਤ ਹੌਲੀ ਚਲਾਉਣਾ ਹੈ, ਤੇ ਇੱਕ ਆਰੇ ਦਾ ਚੀਰ ਬਿਲਕੁਲ ਸਿੱਧਾ ਰੱਖਣਾ ਹੈ। ਜਲਾਦ ਨੇ ਪੁੱਛਿਆ ਹੀ ਹੋਵੇਗਾ ਨਾ ਵੀ ਤੂੰ ਤੇ ਚੀਰਿਆ ਹੀ ਜਾਣਾ, ਹੌਲੀ ਹੌਲੀ ਚੀਰਿਆ, ਜ਼ਿਆਦਾ ਦੁੱਖ ਲੱਗਣਾ ਹੈ, ਇੱਕੋ ਦਮ ਚੀਰਤਿਆਂ ਤੇ ਬਹੁਤ ਘੱਟ ਦੁੱਖ ਹੋਏਗਾ। ਤੇ ਦੂਜੀ ਗੱਲ, ਸਿੱਧੇ ਤੇ ਟੇਢੇ ਨਾਲ ਤੇਰਾ ਕੀ ਮਤਲਬ ਹੈ? ਤੂੰ ਚੀਰਿਆ ਜਾਣਾ, ਤੂੰ ਸ਼ਹੀਦ ਹੋ ਜਾਣਾ, ਤੂੰ ਸਰੀਰ ਛੱਡ ਜਾਣਾ, ਟੇਢਾ ਚੀਰਿਆ ਜਾਵੇ ਚਾਹੇ ਸਿੱਧਾ ਚੀਰਿਆ ਜਾਵੇ, ਤੇਰਾ ਕੀ ਮਤਲਬ ਹੈ? ਮੈਂ ਕਹਿੰਦਾ ਅੱਜ ਦੇ ਲੋਕ ਇਤਿਹਾਸ ਲਿਖਣ ਵਾਲੇ, ਅੱਜ ਦੇ ਗੱਲ ਸੁਣਾਉਣ ਵਾਲੇ, ਸਾਨੂੰ ਇੱਕ ਗੱਲ ਸਮਝ ਆ ਜਾਏ ਵੀ ਭਾਈ ਮਤੀ ਦਾਸ ਸਾਹਿਬ ਨੇ ਜਵਾਬ ਦਿੱਤਾ। ਕਹਿਣ ਲੱਗਾ ਜਿਹੜੀ ਤਾਂ ਗੱਲ ਹੌਲੀ ਹੌਲੀ ਚੀਰਨ ਦੀ, ਉਹ ਤੇ ਇਹ ਹੈ ਵੀ ਮੈਂ ਹੌਲੀ ਹੌਲੀ ਪਿਆਰ ਨਾਲ ਜਪਜੀ ਸਾਹਿਬ ਦਾ ਪਾਠ ਕਰਨਾ ਹੈ। ਤੂੰ ਆਪਣਾ ਕੰਮ ਕਰਦਾ ਰਹੀ, ਮੈਂ ਆਪਣੀ ਸੁਰਤ ਨੂੰ ਗੁਰੂ ਸ਼ਬਦ ਵਿੱਚ ਜੋੜ ਕੇ, ਕਿਉਂਕਿ ਜੀਵਨ ਮੁਕਤ ਦੀ ਅਵਸਥਾ ਹੈ, ਨੇ ਉਹਦੇ ਵਿੱਚ ਲੀਨ ਕਰਨਾ, ਉਹਦੇ ਵਿੱਚ ਲੀਨ ਰੱਖਣਾ ਹੈ। ਤੇ ਜਿਹੜੀ ਇਹ ਚੀਰ ਸਿੱਧਾ ਲਾਉਣ ਦੀ ਗੱਲ, ਦੋ ਗੱਲਾਂ ਚੇਤੇ ਰੱਖੀ ਜਲਾਦਾ। ਇਹ ਸਿੱਖੀ ਦੀ ਬੁਨਿਆਦ ਹੈ, ਇਹ ਸਿੱਖੀ ਦੇ ਥੰਮ ਕੱਢੇ ਜਾ ਰਹੇ ਹੈ, ਤੇ ਥੰਮ ਹਮੇਸ਼ਾ ਸਿੱਧੇ ਹੁੰਦੇ ਆ, ਜਿਹਦੇ ਤੇ ਮੁੜ ਕੇ ਸਿੱਖੀ ਸੰਸਾਰ ਦੀਆਂ ਬਿਲਡਿੰਗਾਂ ਮਾਨੀ ਹੈ। ਟੇਢਾ ਚੀਰ ਲੱਗ ਗਿਆ, ਵੇਖੀ ਕਦੇ ਬਿਲਡਿੰਗ ਟੇਢੀ ਨਾ ਕਰਦੇ। ਦੂਜਾ ਪੱਖ, ਤੂੰ ਚੀਰ ਟੇਢਾ ਲਾਉਣਾ ਆਪਣੀ ਮਰਜ਼ੀ ਨਾਲ, ਹੱਥ ਤੇਰੇ ਥੜਕਣੇ। ਫਿਰ ਬੇਨਤੀ ਕਰਦਾ, ਏਕ ਲੈਬ ਮਨ ਜਪੈ ਦ੍ਰਿੜ, ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੇ ਜੀਓ। ਤੇਰੇ ਹੱਥ ਥੜਕ ਜਾਣੇ ਚੀਰਨ ਲੱਗਿਆ, ਤੇ ਚੀਰ ਟੇਢਾ ਲੱਗਣਾ ਤੇਰੀ ਗਲਤੀ ਨਾਲ। ਕੱਲ ਨੂੰ ਸਾਡੇ 'ਚ ਹੀ ਬੜੇ ਇਤਿਹਾਸਕਾਰ ਜੰਮ ਕੇ ਸ਼ਬਦ ਕਹਿਣਗੇ ਵੀ ਸ਼ਾਇਦ ਚੀਰ ਟੇਢਾ ਤਾਂ ਲੱਗਾ, ਸ਼ਾਇਦ ਮਤੀ ਦਾਸ ਨੂੰ ਦੁੱਖ ਲੱਗਾ ਹੋਵੇ ਤੇ ਹਿੱਲ ਗਿਆ ਹੋਵੇ। ਮੈਨੂੰ ਕੋਈ ਦੁੱਖ ਨਹੀਂ, ਮੈਂ ਬਿਲਕੁਲ ਨਹੀਂ ਹਿੱਲਣਾ। ਤੇਰੇ ਹੱਥ ਵੀ ਆਪਣੇ ਹੱਥਾਂ ਤੇ ਕੰਟਰੋਲ ਰੱਖੀ, ਚੀਰ ਟੇਢਾ ਨਾ ਹੋ ਜਾਏ। ਗੁਰੂ ਕੇ ਪਿਆਰ ਵਾਲਿਓ, ਗੁਰੂ ਨਾਲ ਪਿਆਰ ਕਰਨ ਵਾਲੇ ਗੁਰੂ ਕੇ ਸਿੱਖੋ, ਉਹਨਾਂ ਨੂੰ ਆਪਣੇ ਇਤਿਹਾਸ ਦਾ ਵੀ ਫਿਕਰ ਹੈ,
ਉਹਨਾਂ ਨੂੰ ਸਿੱਖੀ ਦੀ ਬੁਨਿਆਦ ਦਾ ਵੀ ਫਿਕਰ ਹੈ, ਸਿੱਖੀ ਸੰਸਾਰ ਦੀਆਂ ਬਿਲਡਿੰਗਾਂ ਦਾ ਵੀ, ਮਹਿਲਾਂ ਦਾ ਵੀ ਫਿਕਰ ਹੈ। ਅਸੀਂ ਤੇ ਅੱਜ ਸਾਂਭ ਹੀ ਨਹੀਂ ਨਾ ਸਕੇ। ਵੈਸੇ ਅਸੀਂ ਇੱਕ ਗੱਲ ਕਹਿ ਦਿੰਦੇ, ਮੈਂ ਪ੍ਰਕਰਨ ਤੋਂ ਬੇਨਤੀ ਕਰਨੀ ਚਾਹੁੰਦਾ। ਅੱਜ ਬਹੁਤ ਬੰਦੇ, ਬਹੁਤਾ ਅਸੀਂ ਸੁਣਾਉਣ ਵਾਲੀ ਗੱਲ ਕਹਿੰਦੇ ਆ, ਵੇਖੋ ਜੀ ਸਿੱਖਾਂ ਨੇ ਇਤਿਹਾਸ ਬਣਾਇਆ ਤੇ ਸਾਂਭਿਆ ਨਹੀਂ। ਉਹ ਨਮਸਕਾਰ ਕਰ, ਉਹਨਾਂ ਦੇ ਚਰਨਾਂ ਤੇ ਹੱਥ ਰੱਖ ਕੇ ਉਹਨਾਂ ਨੇ ਬਣਾਇਆ, ਤੂੰ ਤੇ ਸਾਂਭ ਨਹੀਂ ਸਕਿਆ। ਆਪਣੀ ਗਲਤੀ ਕਹਿਣਾ, ਸਾਂਭਣਾ ਅਸੀਂ ਉਹਨਾਂ ਨੇ ਬਣਾਇਆ, ਉਹਨਾਂ ਬਣਾਇਆ ਤੇ ਹੈ ਨਾ, ਸਿਰਜਿਆ ਤੇ ਹੈ ਨਾ। ਤੂੰ ਤੇ ਸਾਂਭਣ ਦੀ ਬਜਾਏ ਵੀ ਅੱਜ ਵਿਗਾੜਨ ਦੇ ਰਾਹ ਤੁਰਿਆ। ਅੱਜ ਜੋੜਨ ਦੀ ਬਜਾਏ, ਭਰੋਸਾ ਕਰਾਉਣ ਦੀ ਬਜਾਏ ਹਰੇਕ ਗੱਲ ਤੇ ਪੰਗਤੀ ਪੰਗਤੀ ਤੇ ਤੂੰ ਇਦਾਂ ਦੀਆਂ ਗੱਲਾਂ ਕਰਦਾ ਨਹੀਂ। ਕਦੇ ਵਿਚਰ ਕੇ ਵੇਖ, ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੇ ਜੀਓ। ਬਾਹਰੀ ਵੀ ਤੁਹਾਨੂੰ ਉਦਾਹਰਨਾਂ ਦੇਤੀਆਂ ਕਿ ਜਿਉਂਦਿਆਂ ਜੀਵਨ ਮੁਕਤ ਵਾਲੀ ਅਵਸਥਾ ਵਿੱਚ ਜਿਉਣ ਵਾਲੇ ਰੱਬ ਦੇ ਨਾਮ ਨਾਲ ਜਿਹੜੇ ਜੁੜ ਜਾਂਦੇ ਨੇ, ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੇ ਜੀਓ, ਉਹਨਾਂ ਨੂੰ ਇਹ ਦੁੱਖ ਪਾਉਂਦੇ ਨਹੀਂ। ਨਹੀਂ ਤੇ ਗੱਲ ਤੇ ਬੜੀ ਔਖੀ ਹੈ। 19 ਸਾਲਾਂ ਦੇ ਜਵਾਨ ਪੁੱਤਰ ਨੂੰ ਜਿਹੜਾ ਤਿੰਨ ਭਾਸ਼ਾਵਾਂ ਜਾਣਦਾ ਹੋਵੇ, 19 ਸਾਲਾਂ ਦੀ ਉਮਰ ਤੱਕ ਵਿਦਵਾਨ ਹੋਵੇ, ਗੁਰੂ ਨਾਲ ਪਿਆਰ ਕਰਨ ਵਾਲਾ ਹੋਵੇ, ਉਹਨੂੰ ਲੈ ਕੇ ਚਰਖੜੀ ਤੇ ਚੜ੍ਹ ਜਾਣਾ। ਬੰਦਾ ਤੇ ਆਪਣੇ ਪੁੱਤਰਾਂ ਨੂੰ ਬਚਾਉਣ ਲਈ ਜ਼ਮੀਨਾਂ ਤੱਕ ਵੇਚ ਦਿੰਦਾ ਹੈ, ਘਰ-ਬਾਰ ਤੱਕ ਵੇਚ ਦਿੰਦਾ ਹੈ, ਸਰੀਰਾਂ ਤੱਕ ਵੇਚੇ ਜਾਂਦੇ ਹੈ, ਸਭ ਕੁਝ ਨਿਸ਼ਾਵਰ ਕਰ ਦਿੰਦਾ ਹੈ। ਮੇਰੀ ਔਲਾਦ ਬਚਣੀ ਚਾਹੀਦੀ ਹੈ, ਪਰ ਚੇਤੇ ਰੱਖਿਓ ਸਿੱਖੀ ਬਚਣੀ ਚਾਹੀਦੀ ਹੈ। ਪੁੱਤਰ ਚਰਖੜੀ ਤੇ ਬਰਾਬਰ ਚੜਾ ਲਿਆ, ਕਿਉਂਕਿ ਪੁੱਤਰ ਦੇ ਜਾਣ ਦਾ ਦੁੱਖ ਨਹੀਂ ਹੈ, ਕਿਉਂਕਿ ਇੱਕ ਰੱਬ ਦੇ ਨਾਮ ਨਾਲ ਜੁੜੇ ਨੇ। ਇਸ ਲਈ ਭਰੋਸਾ ਰੱਖਿਓ, ਜਿਹੜਾ ਮਾਲਕ ਪ੍ਰਮਾਤਮਾ ਦਾ ਨਾਮ ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ, ਜਿਹੜਾ ਦ੍ਰਿੜਤਾ ਭਰੋਸਾ ਰੱਖ ਕੇ ਰੱਬ ਦੇ ਨਾਮ ਨਾਲ ਜੁੜਦਾ, ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੇ ਜੀਓ। ਅਗਲੀ ਅਵਸਥਾ ਹੁਣ ਸਤਿਗੁਰੂ ਦੀ ਫਿਰ ਦੱਸੀ ਹੈ, ਤਾਰਨ ਤਰਨ। ਇੱਕ ਬੇਨਤੀ ਚੇਤੇ ਰੱਖਿਓ, ਪਿਛਲੇ ਸਵਈਆਂ ਅੰਦਰ ਗੁਰੂ ਰਾਮਦਾਸ ਸਾਹਿਬ ਦੀ ਇਦਾਂ ਵਡਿਆਈ ਦੱਸ ਕੇ ਹੁਣ ਦੱਸਿਆ ਵੀ ਜਿਹੜਾ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਨਾਲ ਜੁੜ ਜਾਂਦਾ ਉਹਨੂੰ ਕੀ ਮਿਲਦਾ। ਇਹ ਭੇਦ ਨੂੰ ਨਾਲ ਸਮਝਿਓ। ਤਾਰਨ ਤਰਨ ਖਿਨ ਮਾਤਰ ਜਾ ਕੋ ਦ੍ਰਿਸ਼ਟ ਧਾਰੈ, ਸ਼ਬਦ ਰਿੱਧ ਵਿਚਾਰੈ, ਕਾਮ ਕ੍ਰੋਧ ਖੋਵੈ ਜੀਓ। ਗੁਰੂ ਤੇ ਪ੍ਰਮਾਤਮਾ ਤਾਰਨ ਤੇ ਤਰਨ ਹਾਰ ਹੈ। ਫਿਰ ਬੇਨਤੀ ਕਰਨੀ ਚਾਹੁੰਦਾ ਹੈ, ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਸਿੱਖਾਂ ਦੇ ਸਮੇਤ, ਇੱਕੋ ਮਿੰਟ ਵਿੱਚ ਸਮਝਿਓ, ਸਿੱਖਾਂ ਦੇ ਸਮੇਤ ਜਦੋਂ ਜਾਂਦੇ ਨੇ ਨਾ ਜਿੱਥੇ ਤਰਨ ਤਾਰਨ ਸਾਹਿਬ ਵਸਿਆ, ਇਸ ਧਰਤੀ ਤੇ ਇਤਿਹਾਸਕਾਰਾਂ ਨੇ ਦੋਵੇਂ ਪੱਖ ਦੱਸੇ ਹੈ ਵੀ ਛੋਟੀ ਜਿਹੀ ਇੱਕ ਛੱਪੜੀ ਪਾਣੀ ਇਕੱਠਾ ਹੋਇਆ, ਲੋਕ ਆਉਂਦੇ ਉੱਥੇ, ਕੋਈ ਇੱਕ ਪਾਸੇ ਜਲ ਛਕਣ ਵਾਲਾ, ਨਹਾਉਣ ਵਾਲਾ, ਇੱਕ ਪਾਸੇ ਡੰਗਰ ਨੇ, ਕੁਝ ਨੌਜਵਾਨ ਬੈਠੇ ਹੈ। ਉਹਨਾਂ ਨੇ ਸ਼ਬਦ ਕਿਹਾ, ਜਦੋਂ ਸਤਿਗੁਰੂ ਸਿੱਖਾਂ ਸਮੇਤ ਆਏ, ਉਹਨਾਂ ਸਿੱਖਾਂ ਨੂੰ ਸੰਬੋਧਨ ਕਰਕੇ ਨੌਜਵਾਨਾਂ ਨੇ ਸ਼ਬਦ ਕਿਹਾ, ਵੇਖਿਓ ਇਹਦੇ ਵਿੱਚ ਨਹਾਉਣ ਨਾ ਵੜ ਜਿਓ, ਇਹ ਇੰਨਾ ਡੂੰਘਾ, ਇਹਦੇ ਵਿੱਚ ਬਹੁਤ ਲੋਕੀ ਡੁੱਬ ਗਏ, ਇਹਦੇ ਵਿੱਚ ਨਹਾਉਣ ਗਏ, ਬਹੁਤ ਲੋਕੀ ਡੁੱਬ ਕੇ ਮਰ ਗਏ। ਤੇ ਗੁਰੂ ਦੇ ਸਿੱਖ ਕਿੰਨਾ ਗੁਰੂ ਤੇ ਭਰੋਸਾ ਕਰਦੇ ਐ। ਕਹਿਣ ਲੱਗੇ ਡੁੱਬਣ ਵਾਲੀ ਕਹਾਣੀ ਖਤਮ, ਅੱਜ ਤੋਂ ਬਾਅਦ ਇੱਥੇ ਕੋਈ ਡੁੱਬਣ ਵਾਲਾ ਨਹੀਂ, ਕਿਉਂਕਿ ਅੱਜ ਇੱਥੇ ਤਾਰਨ ਵਾਲਾ ਸਤਿਗੁਰੂ ਆ ਕੇ ਬਹਿ ਗਿਆ। ਤਰਨ ਤੇ ਤਾਰਨਹਾਰ ਹੈ ਸਤਿਗੁਰੂ। ਇਸ ਲਈ ਤਾਰਨ ਤਰਨ ਕਿਹਨੂੰ ਤਾਰਦੇ ਤੇ ਸਤਿਗੁਰੂ ਤਾਰਦੇ ਨੇ, ਖਿਨ ਮਾਤਰ ਜਾ ਕੋ ਦ੍ਰਿਸ਼ਟ ਧਾਰੈ। ਇੱਕ ਖਿਨ ਮਾਤਰ ਵੀ ਗੁਰੂ ਕਿਸੇ ਤੇ ਕਿਰਪਾ ਦੀ ਦ੍ਰਿਸ਼ਟੀ ਕਰ ਦੇਵੇ ਨਾ, ਤੇ ਫਿਰ ਕੀ ਹੁੰਦਾ, ਸ਼ਬਦ ਰਿੱਧ ਵਿਚਾਰ ਹੈ। ਪਹਿਲੇ ਇੱਥੋਂ ਤੱਕ ਸਮਝਿਓ, ਖਿਨ ਮਾਤਰ ਜਾ ਕੋ ਦ੍ਰਿਸ਼ਟ ਧਾਰੈ, ਰੰਚਕ ਮਾਤਰ ਵੀ। ਇੱਥੇ ਬਹੁਤ ਗੱਲ ਨੂੰ ਤਰੀਕੇ ਨਾਲ ਫਿਰ ਸਮਝਣਾ ਪੈਣਾ। ਵੇਖੋ ਗੁਰੂ ਨੂੰ ਕੋਈ ਭਾਵਨਾ ਨਾਲ ਦਰਸ਼ਨ ਕਰ ਲਵੇ, ਇਹ ਗੁਰਮਤਿ ਦਾ ਇਹ ਵੀ ਪੱਖ ਹੈ ਵੀ ਸਤਿਗੁਰੂ ਇੱਕ ਦ੍ਰਿਸ਼ਟੀ ਨਾਲ ਹੀ ਪਾਰ ਉਤਾਰਾ ਕਰ ਦਿੰਦੇ ਆ। ਜਿੱਥੇ ਸ਼ਬਦ ਵਿਚਾਰ ਨਾਲ ਮੁਕਤ ਹੋਈਦਾ, ਜਿੱਥੇ ਸ਼ਬਦ ਵਿਚਾਰ ਦੁਆਰਾ ਪਾਰ ਉਤਾਰਾ ਹੁੰਦਾ, ਉੱਥੇ ਗੁਰੂ ਦੀ ਮਰਜ਼ੀ ਹੈ। ਇਹ ਸਾਡਾ ਆਪਣਾ ਫੈਸਲਾ ਨਹੀਂ ਹੈ ਵੀ ਇਦਾਂ ਨਹੀਂ ਹੋ ਸਕਦਾ ਜੀ, ਇਦਾਂ ਨਹੀਂ ਹੋ ਸਕਦਾ। ਇਤਿਹਾਸ ਦੇ 2-3 ਪ੍ਰਮਾਣ ਲਿਓ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ ਹੈ, ਦੌਲਤਾਂ ਨੂੰ ਕਿਹੜੀ ਕਥਾ ਸੁਣਾਈ ਸੀ, ਦੌਲਤਾਂ ਨੂੰ ਕਿਹੜੇ ਬਚਨ ਸੁਣਾਏ, ਧਿਆਨ ਦਿਓ। ਉਹ ਦੌਲਤਾਂ ਜਿਹੜੀ ਜਨਮਾਂ ਦੀ, ਆਪਾਂ ਕਹੀਏ ਪੂਰੇ ਜਨਮ ਦੀ ਭੁੱਖੀ ਅੱਤ ਦੀ ਗਰੀਬੀ ਹੈ, ਉਹਨੇ ਇਹ ਸ਼ਬਦ ਕਹਿ ਦਿੱਤੇ। ਕਹਿਣ ਲੱਗੀ ਮਹਿਤਾ ਕਾਲੂ ਜੀ, ਜਿਹੜੀ ਦੌਲਤਾਂ ਅੰਦਰ ਤੋਂ ਦੌਲਤ ਨਹੀਂ ਪ੍ਰਾਪਤ ਕਰ ਸਕੀ, ਅੱਜ ਤੇਰੇ ਪੁੱਤਰ ਤੋਂ ਜੋ ਮਿਲਿਆ ਉਹ ਸੰਸਾਰ ਤੋਂ ਮੈਨੂੰ ਕਿਤੋਂ ਮਿਲਿਆ ਨਹੀਂ। ਦੌਲਤਾਂ ਸੱਚਮੁੱਚ ਅੰਦਰ ਦੀ ਦੌਲਤਾਂ ਹੋ ਗਈ। ਕਿਉਂ? ਕਿਉਂਕਿ ਗੁਰੂ ਦੀ ਮਰਜ਼ੀ ਇੱਕ ਦ੍ਰਿਸ਼ਟੀ ਨਾਲ ਪਾਰ ਉਤਾਰਾ ਕਰਤਾ। ਰਾਏ ਬੁਲਾਰ ਚਰਨਾਂ ਦਾ ਸ਼ਰਧਾਲੂ ਹੋ ਗਿਆ, ਇੰਨਾ ਪੜ੍ਹਿਆ ਹੈ, ਰਿਆਸਤ ਦਾ ਚੌਧਰੀ ਹੈ, ਉਹਨੇ ਕਿਹੜੀ ਕਥਾ ਸੁਣੀ ਹੈ? ਜਿਹੜਾ ਇਹ ਗੱਲ ਕਹਿੰਦਾ ਵੀ ਅੱਜ 20 ਦਾ ਨੁਕਸਾਨ ਹੋਇਆ, ਕੱਲ ਨੂੰ ਸੈਂਕੜਿਆਂ ਦਾ ਹੋ ਜੇ, ਮੈਂ ਭਰ ਦਿਆਂਗਾ। ਪਰ ਗੁਰੂ ਨਾਨਕ ਦੇ ਮੁਖ ਵੱਲ ਚਪੇੜਾ ਨਾ ਚੁੱਕੀ।
क्यों? क्योंकि उत्थे दृष्टि है। हाँ, ये गल जरूर है, जदों कोई भावना ना दर्शन करता है, एक नजर कर देखै सब ऊपर, जेहा भावो तेहा फल पाइए। इसलिए प्यार वालों, खिन मात्र जाको दृष्ट धारै। आ सच्चे पातशाह के पावन स्थान ते बैठे हो, पता नहीं इस धरती के किन्ने लोग सच्चे पातशाह धन गुरु हरकृष्ण साहिब के चरण परस के खिन मात्र दृष्टि धारण करके किन्ने प्यार वाले तन ते मन के रोगों तो छुटकारा पा के रोग हो गए। जिन्हां लई रोज बचन पढ़ते हो, श्री हरकृष्ण ध्याईए जिस डिठै सब दुख जाए। इसलिए चेते रखियो, खिन मात्र जाको दृष्ट धारै। शब्द रिद्ध विचारै, काम क्रोध खोवै जियो। फिर जदों कोई गुरु शब्द नाल जुड़दा है, गुरु की दृष्टि का पात्र बन जाता है, अंदर तो काम ते क्रोध उहदे नस जाते हैं। आप पहला भी मंगल रूप पढ़िया, अमै दृष्ट शुभ करे हरै अग पाप सकल मल, काम क्रोध अर लोभ मोह वस करे सबे बल। ये गुरु की रहमत है, ये गुरु की कृपा है। इसलिए वो काम क्रोध उहदे अंदरों नस जाते ने। जीवन सबन दाता, ऐसा मेरा सतगुरु है जिहड़ा सारे जीआं दा दाता है, सारे जीआं नूं दान देण वाला है। गुरु ऐसा दाता, ध्यान नाल बेनती समझियो, अमीरां नूं भी दान दिंदा, गरीबां नूं भी दिंदा है। किहड़ा दान? जी दान दे भगती लायन, हरस्यो लैन मिलाए। गुरु वो दान दिंदा, पदार्थां दी केवल गल नहीं, पदार्थ दे गुरु दे चरनां विच रुलदे ने। पदार्थ दे गुरु के चरणों वाल मुख कर रहे, उहदे भी पिछे पिछे फिरदे ने। गुरु वो दाता है जिहड़ा जी दान दे के, रब्बी नाम दे के जीव दा पार उतारा करदा है। ते केवल एक फिरके दा गुरु दाता नहीं है, गुरु सारियां दा दाता। क्यों? गुरु दाते दा रूप है सतगुर विच आप रखियो। इसलिए जीवन सबन दाता, अगम ज्ञान बखियाता। जिहड़ा सतगुरु है वो परमात्मा जिहड़ा गमता तो पार है, ज्ञान कर्म इंद्रियां तो परे है। ऐसे मालक परमात्मा के ज्ञान नूं बखियान करके समझाउण वाला है। ध्यान नाल फिर बेनती सुनियो, मालक परमात्मा कैसा है? क्योंकि उसका कोई रूप नहीं, कोई रंग नहीं, कोई आकार नहीं है, तो फिर उसकी प्राप्ति किद्दां हुंदी है? ये भी गुरु ग्रंथ साहिब जी ने अपने रब्बी बचनां बहुत प्यार नाल समझाया। कहन लगे, जिस ठाकर नूं असीं ये सुणदे सी वो अगाध है, वो बोध है, की होया? जिस ठाकर को सुनत अगाध बोध सो हृदय। कहंदे वो परमात्मा मेरे हृदय चों प्रगट हो गया, सो हृदय। पर किद्दां? गुर दया, गुरु ने रहमत की। गुरु शब्द नाल जुड़े अगम ज्ञान बखियाता, ऐनस ध्यान धावै पलक ना सोवै जियो। ऐसा मेरा मालक परमात्मा सतगुरु है। भाव गुरु रामदास साहिब जी ऐसे ने जिहड़े सारे जीआं दे दाते ने। वो मालक परमात्मा जिहड़ा अगम है, ज्ञान कर्म इंद्रियां तो परे है, उहदे ज्ञान नूं बखियान करके समझाउण वाले ने, बख्शिश करन वाले ने। ऐनस दिन रात ध्यान धावै। गुरु रामदास साहिब सच्चे पातशाह जी भट समझाउंदे ने, कहण लगे जिहड़ा तुहाडा ध्यान है वो दिन रात मालक परमात्मा नाल जुड़िया, दिन रात तुसीं उहदे नाल सुरत जोड़ी है। पलक ना सोवै जियो, एक खिण भी सुरत करके इत्थे पलक ना सोवै जियो, सुरत करके एक खिण भी तुहाडी रंचक मात्र भी सुरत उत्थों टुटदी नहीं। थोड़ी जी फिर बेनती तुहानूं अज ताज करनी चाहुंदा, क्योंकि अज इदां दीयां बहुत गल्लां ने। देखो किस प्रकरण के विषय च रह के ऐनस ध्यान धावै पलक ना सोवै जियो। गुरु कदे सौंदा नहीं, सुरत करके सदा जागदा। सतगुर जागता है देव, सदा जागदा है। एक बेनती तुहाडे सामने रखनी चाहुंदा, पलक ना सोवै जियो। हरेक गल नूं कट्टना बहुत सौखा है, समझा के जोड़ना बहुत औखा है। सौखी उदाहरण करदे आ, किसी दे शरीर नूं फट ला के चीर तां जालम भी सकदा है, किसी दे शरीर नूं चीर तां कोई डाकू लुटेरा भी सकदा है। पर चीर के उहनूं सिउणा, चीर के टंके लाउणे, ये केवल ते केवल चेते रखिया जे आपां शब्द वरतीए डॉक्टर का काम है, वैद का काम है। वो चीरदा जरूर है, पर चीर के उहनूं ठीक करके सिउंदा भी है। ते जिहड़ा आम बंदा जालम है, तलवार नाल फट के वो भी ला दिंदा है।
ਸਾਖੀਆਂ ਨੂੰ ਕੱਟ ਕੱਟ ਕੇ ਸੁੱਟਣਾ ਬਹੁਤ ਸੌਖਾ ਹੈ। ਕਈ ਜਾਓ ਆ ਵੀ ਨਹੀਂ ਠੀਕ, ਆ ਵੀ ਨਹੀਂ ਠੀਕ, ਆ ਵੀ ਨਹੀਂ ਠੀਕ ਹੈ, ਉਹਨੂੰ ਕਦੇ ਖੋਲ ਕੇ ਵੇਖੋ। ਉਦਾਹਰਨ ਦੇਣੀ ਚਾਹੁੰਦਾ, ਐਨਸ ਧਿਆਨ ਧਾਵੈ ਪਲਕ ਨਾ ਸੋਵੈ ਜੀਓ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ, ਰੰਚਕ ਮਾਤਰ ਵੀ ਤੁਹਾਡੀ ਸੁਰਤ ਕਰਕੇ ਤੁਸੀਂ ਮਾਲਕ ਪ੍ਰਮਾਤਮਾ ਚੋਂ ਧਿਆਨ ਨਹੀਂ ਟੁੱਟਦਾ, ਰੰਚਕ ਮਾਤਰ ਵੀ ਤੁਸੀਂ ਮਾਲਕ ਪ੍ਰਮਾਤਮਾ ਵੱਲੋਂ ਤੁਹਾਡੀ ਸੁਰਤ ਸੌਂਦੀ ਨਹੀਂ ਹੈ, ਭਾਵ ਤੁਸੀਂ ਬਖਸ਼ਾਂ ਦੇ ਦਾਤੇ ਹੋ ਗਏ। ਹੁਣ ਬੇਨਤੀ ਕਰਨੀ ਚਾਹੁੰਦਾ, ਕੇਵਲ ਸੰਖੇਪ ਅੰਦਰ ਇੱਕ ਸਾਖੀ ਹੈ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਨਾਲ ਜੁੜੀ। ਅਕਸਰ ਤੁਸੀਂ ਸੁਣਦੇ ਹੋ ਵੀ ਵੇਖੋ ਸਤਿਗੁਰੂ ਜੀ ਨੇ ਡੰਗਰ ਚਾਰਨ ਲਈ ਛੱਡੇ, ਡੰਗਰਾਂ ਨੇ ਪਸ਼ੂਆਂ ਨੇ ਖੇਤੀ ਉਜਾੜ ਦਿੱਤੀ, ਸਤਿਗੁਰੂ ਜੀ ਆਰਾਮ ਕਰਨ ਲਈ ਲੇਟ ਗਏ, ਖੇਤੀ ਉਜਾੜ ਦਿੱਤੀ। ਸਤਿਗੁਰੂ ਘਰ ਆਏ, ਰਾਏ ਬੁਲਾਰ ਪੂਰਾ ਭਾਈ ਵੀਰ ਸਿੰਘ ਦਾ ਗੁਰੂ ਨਾਨਕ ਚਮਤਕਾਰ ਕਦੇ ਪੜਿਓ, ਕੱਲੀ ਕੱਲੀ ਗੱਲ ਨੂੰ ਖੋਲੇ, ਹੋਰ ਦਾਸ ਨੇ ਵੀ ਖੋਲਿਆ। ਤੇ ਕੀ ਹੁੰਦਾ, ਗੁਰੂ ਨਾਨਕ ਸਾਹਿਬ ਨਾਲ ਜਾਂਦੇ ਐ, ਕਹਿਣ ਲੱਗੇ ਭਲਿਆ ਤੈਨੂੰ ਭੁਲੇਖਾ ਖੇਤੀ ਨਹੀਂ ਉਜੜੀ, ਤੇ ਜਦੋਂ ਜਾਂਦੇ ਐ ਖੇਤੀ ਹਰੀ ਐ। ਹੁਣ ਬਹੁਤ ਲੋਕਾਂ ਨੇ ਗੱਲ ਕੱਟਤੀ ਵੀ ਨਹੀਂ ਨਹੀਂ ਜੀ ਇਹ ਤਾਂ ਇਦਾਂ ਕਿਵੇਂ ਹੋ ਸਕਦਾ ਜੀ, ਇਹ ਤਾਂ ਵਾਧੂ ਦੀਆਂ ਗੱਲਾਂ। ਨਹੀਂ ਭਲਿਆ, 2 ਪੁਆਇੰਟ ਸਮਝਿਓ ਸੰਖੇਪ। ਪਹਿਲੀ ਗੱਲ ਤਾਂ ਸਾਖੀ ਨੂੰ ਪ੍ਰਕਿਰਤਕ ਨਾ ਕੇਵਲ ਆਇਆ ਕਰੋ, ਸਾਖੀ ਦੇ ਭਾਵ 'ਚ ਜਾਓ। ਐਨਸ ਧਿਆਨ ਧਾਵੈ ਪਲਕ ਨਾ ਸੋਵੈ ਜੀਓ। ਤੇ ਕੀ ਹੁੰਦਾ, ਜਦੋਂ ਸਾਖੀ ਦੇ ਅਸੀਂ ਭਾਵ 'ਚ ਜਾਂਦੇ ਆ, ਜਿਵੇਂ ਰੱਬੀ ਬਾਣੀ ਦੇ ਭਾਵ 'ਚ ਜਾਂਦੇ, ਸਿਆਣੇ ਬੈਠੇ ਹੋ, ਆਪਾਂ ਰੱਬੀ ਬਚਨ ਪੜ੍ਹਦੇ ਆ ਨਾ ਕਿ ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧੇ ਕੋ ਜਾਵੋ। ਕਈ ਵਾਰੀ ਸੋਚਦਾ ਵੀ ਕੀ ਗੁਰੂ ਸਿੱਖ ਨੂੰ ਦੁੱਧ ਮੰਗਣਾ ਸਿਖਾਉਂਦਾ, ਵੀ ਇਦਾਂ ਜਾਇਆ ਕਰ। ਨਹੀਂ, ਇੱਥੇ ਆਪਾਂ ਭਾਵ ਅਰਥ ਹੀ ਲਾਉਣੇ ਨਾ, ਵੀ ਦੁੱਧ ਕਿਹੜਾ ਹੈ, ਭਾਂਡਾ ਕਿਹੜਾ ਹੈ, ਸੋਧਣਾ ਕਿੱਦਾਂ ਹੈ, ਭਾਵ ਹਿਰਦੇ ਦੀ ਗੱਲ ਹੈ, ਰੱਬ ਦਾ ਨਾਮ ਦੁੱਧ ਹੈ, ਭਾਵ ਅਰਥ ਲਾਏ ਨੇ ਨਾ। ਹੋਰ ਵੀ ਬੜੇ ਸ਼ਬਦ ਨੇ, ਇਦਾਂ ਹੀ ਕਦੇ ਸਾਖੀ ਦਾ ਭਾਵ ਲਾਓ ਵੀ ਜਦੋਂ ਡੰਗਰ ਚਰਦੇ ਐ। ਕੇਵਲ ਇੱਕ ਬੇਨਤੀ ਕਰ ਲੱਗਾ, ਬੜੀਆਂ ਘਟਨਾਵਾਂ ਨੇ। ਅਸਲ ਵਿੱਚ ਕੀ ਹੁੰਦਾ ਸਿੱਖਾ, ਜਦੋਂ ਤੇਰੀ ਜੀਵਨ ਰੂਪੀ ਖੇਤੀ 'ਚ ਬਾਹਰ ਦੇ ਡੰਗਰ ਆ ਜਾਂਦੇ ਐ, ਜਿਹਨੂੰ ਰੱਬੀ ਬਾਣੀ 'ਚ ਭਗਤ ਕਬੀਰ ਸਾਹਿਬ ਨੇ ਕਿਹਾ ਨਾ, ਗੌੜੀ ਕਬੀਰ ਜੀ ਕੀ ਨਾੜ ਲਾਏ ਲਿਖਿਆ ਮਹੱਲਾ 5ਵਾਂ, ਉੱਥੇ ਪੜ੍ਹਦੇ ਹੋ ਨਾ, ਹਰੀ ਗੂਰੀ ਗਧਾ ਚਰੈ ਨਿਤ ਉਠਾਸਾ ਹਿੰਗਾ ਮਰੈ, ਮਾਤਾ ਭੈਸਾ ਮੋਹਾਂ ਜਾਏ, ਕੁਦ ਕੁਦ ਚਰੈ ਰਸਾਤਲ ਪਾਏ। ਜਦੋਂ ਤੇਰੀ ਜ਼ਿੰਦਗੀ 'ਚੋਂ ਗੁਰੂ ਪਰੇ ਹੋ ਗਿਆ, ਆਰਾਮ ਕਰਨਾ, ਅੱਖਾਂ ਮੀਚ ਲੈਣੀਆਂ। ਜਦੋਂ ਤੇਰੀ ਜ਼ਿੰਦਗੀ 'ਚੋਂ ਗੁਰੂ ਪਰੇ ਹੋ ਗਿਆ, ਤੇਰੀ ਜ਼ਿੰਦਗੀ ਰੂਪੀ ਖੇਤੀ ਉੱਜੜ ਜਾਣੀ ਹੈ, ਇਹਨੇ ਬਚਣਾ ਨਹੀਂ ਹੈ। ਪਰ ਜਦੋਂ ਤੂੰ ਗੁਰੂ ਅੱਗੇ ਬੇਨਤੀ ਕਰੇਗਾ, ਜਦੋਂ ਤੇਰੀ ਜ਼ਿੰਦਗੀ ਦੀ ਖੇਤੀ ਵੱਲ ਗੁਰੂ ਆ ਕੇ ਖੜ ਜਾਏਗਾ, ਜਾਮ ਗੁਰੂ ਹੋਏ ਵੱਲ, ਜਦੋਂ ਤੇਰੀ ਜ਼ਿੰਦਗੀ ਤੇ ਗੁਰੂ ਦ੍ਰਿਸ਼ਟੀ ਪਾ ਦੇਵੇਗਾ, ਉਹੀ ਖੇਤੀ ਹੈ ਮੁੜ ਕੇ ਹਰੀ ਹੋ ਜਾਂਦੀ। ਗੱਲ ਤੇ ਨਹੀਂ ਹੈ। ਸਾਖੀ ਵਰਤਾਉਣ ਦਾ ਭਾਵ ਹੈ ਵੀ ਆਪਣੀ ਜ਼ਿੰਦਗੀ ਰੂਪੀ ਖੇਤੀ ਨੂੰ ਬਚਾ, ਆਪਣੀ ਖੇਤੀ ਰੱਖ ਲੈ, ਪੂੰਜ ਪੜੇਗੀ ਖੇਤ, ਚੇਤੇ ਰੱਖ, ਆਪਣੀ ਜ਼ਿੰਦਗੀ ਨੂੰ ਸੰਭਾਲ। ਗੱਲ ਤੇ ਭਾਵੇਂ ਨਹੀਂ ਸੀ। ਇਸ ਲਈ ਜੇ ਜ਼ਿੰਦਗੀ ਗੁਰੂ ਤੋਂ ਪਰੇ ਹੋ ਗਈ, ਜੇ ਤੇਰੀ ਜ਼ਿੰਦਗੀ ਤੋਂ ਗੁਰੂ ਦੀ ਦ੍ਰਿਸ਼ਟੀ ਨਾ ਹੋਈ, ਫਿਰ ਜ਼ਿੰਦਗੀ ਰੂਪੀ ਸਵਾਸਾਂ ਰੂਪੀ ਖੇਤੀ ਹੈ ਇਹ ਉੱਜੜ ਜਾਣੀ ਹੈ। ਗੁਣਾ ਰੂਪੀ ਖੇਤੀ ਹੈ, ਵਕਾਰਾਂ ਰੂਪੀ ਪਸ਼ੂਆਂ ਨੇ ਉਜਾੜ ਦੇਣੀ ਹੈ। ਜੇ ਤੇਰੀ ਖੇਤੀ ਨਾਲ ਗੁਰੂ ਖੜ ਜਾਏ, ਫਿਰ ਤੇਰੇ ਗੁਣ ਵੀ ਬਚ ਜਾਣਗੇ, ਫਿਰ ਤੇਰੇ ਸਵਾਸ ਹੈ ਜਿਹੜੇ ਇਹ ਵੀ ਸਫਲ ਹੋ ਜਾਣਗੇ, ਕਿਉਂਕਿ ਗੁਰੂ ਦ੍ਰਿਸ਼ਟੀ ਕਰ ਦੇਵੇਗਾ। ਇਸ ਲਈ ਯਤਨ ਕਰ, ਇਸ ਚੱਕਰ ਵਿੱਚ ਨਾ ਪੈ ਵੀ ਗਲਤ ਕੀ ਠੀਕ ਕੀ ਹੈ। ਕਦੇ ਭਾਵ ਵਿੱਚ ਜਾ ਕੇ ਵੇਖ ਵੀ ਸਤਿਗੁਰੂ ਸਮਝਾਉਣਾ ਕੀ ਚਾਹੁੰਦੇ ਐ। ਜਦੋਂ ਸਤਿਗੁਰੂ ਤੇਰੇ ਨਾਲ ਖੜੇਗਾ ਕਿ ਸਤਿਗੁਰੂ ਉਹ ਹਸਤੀ ਹੈ, ਐਨਸ ਧਿਆਨ ਧਾਵੈ ਪਲਕ ਨਾ ਸੋਵੈ ਜੀਓ। ਸਤਿਗੁਰੂ ਦੇ ਨਾਲ ਜਦੋਂ ਜੁੜ ਜਾਏਗਾ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਕੋਲ ਉਹ ਅਵਸਥਾ ਹੈ ਜਿਹੜੇ ਸਦਾ ਮਾਲਕ ਪ੍ਰਮਾਤਮਾ ਨਾਲ ਜੁੜੇ ਨੇ। ਹੁਣ ਕੀ ਹੁੰਦਾ ਸਿੱਖਾ, ਜਾ ਕੋ ਦੇਖਤ ਦਰਿਦਰ ਜਾਵੈ, ਨਾਮ ਸੋ ਨਿਧਾਨ ਪਾਵੈ। ਗੁਰੂ ਨੂੰ ਵੇਖਿਆ ਦਰਿਦਰ ਨਾਸ ਹੋ ਜਾਂਦੇ ਐ, ਦਰਿਦਰ ਨਾਸ ਹੋ ਜਾਂਦੇ। ਕਿੰਨੀਆਂ ਇਤਿਹਾਸ ਦੀਆਂ ਘਟਨਾਵਾਂ, ਕਿਉਂਕਿ ਆਪਾਂ ਸਮੇਂ ਤੇ ਦਿਨਾਂ ਦੇ ਧਿਆਨ ਨੂੰ ਰੱਖਦੇ ਆ, ਰੱਬੀ ਬਾਣੀ ਦੇ ਵਿਚਾਰ ਨੂੰ ਅੱਗੇ ਲੈ ਕੇ ਚੱਲਣਾ। ਇਹ ਬੇਨਤੀ ਵਾਰ-ਵਾਰ ਚੇਤੇ ਰੱਖੋ। 4 ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਆਪ ਜੀ ਨੂੰ ਪੰਕਤੀਆਂ ਚੇਤੇ ਹੋਣਗੀਆਂ, ਸ਼ਬਦ ਚੇਤੇ ਹੋਏਗਾ। ਦਰਸ਼ਨ, ਪਰਸਨ, ਸਰਸਨ, ਹਰਸਨ। ਦਰਸ਼ਨ, ਬਾਹਰੀ ਦਰਸ਼ਨ ਕੀਤਿਆਂ ਵੀ ਭਾਵਨਾ ਨਾਲ ਦਰਸ਼ਨ ਕਰੀ ਕਦੇ, ਤਾਂ ਵੀ ਪਾਰ ਉਤਾਰਾ ਹੁੰਦਾ। ਫਿਰ ਗੱਲ ਦੁਹਰਾ ਦਿਆ, ਆ ਸੱਚੇ ਪਾਤਸ਼ਾਹ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜਿਨ੍ਹਾਂ ਨੇ ਪੰਜੋਖਰੇ ਦੀ ਧਰਤੀ ਤੇ ਕੌਤਕ ਵਰਤਾਇਆ। ਇਹ ਠੀਕ ਹੈ ਵੀ ਹੁਣ ਜਿਹੜੇ ਬੰਦੇ ਨੂੰ ਆਪ ਕਿਸੇ ਗੱਲ ਦੀ ਜਾਣਕਾਰੀ ਨਹੀਂ ਹੈ, ਇੱਕ ਫਾਰਸੀ ਦਾ ਅਖਾਣ ਹੈ, ਅੱਧਾ ਤੁਸੀਂ ਸਾਰੇ ਜਾਣਦੇ ਹੀ ਹੋ ਅਕਸਰ, ਵੀ ਨੀਮ ਹਕੀਮ ਖਤਰਾ ਜਾਨ। ਅੱਧਾ ਤਾਂ ਜਾਣਦੇ ਹੋ ਨਾ, ਅਗਲਾ ਪੂਰਾ ਪਤਾ ਕੀ ਹੈ, ਨੀਮ ਮੁੱਲਾ ਖਤਰਾ ਈਮਾਨ।
ਨੀਮ ਹਕੀਮ, ਨੀਮ ਦਾ ਅਰਥ ਹੁੰਦਾ ਅੱਧਾ। ਅੱਧਾ ਹਕੀਮ ਹੈ ਜਿਹੜਾ, ਤੁਸੀਂ ਉਹਦੇ ਕੋਲ ਦਵਾਈ ਲੈਣ ਗਏ ਹੋ ਜ਼ਿੰਦਗੀ ਬਚ ਜੇ ਤੇ ਉਹ ਅਰਥੀ ਕਢਾ ਕੇ ਰੱਖ ਦਿੰਦਾ ਰਾਮ ਨਾਮ ਸੱਚ ਹੈ, ਕਿਉਂਕਿ ਅੱਧਾ ਨੀਮ ਹੈ। ਨੀਮ ਹਕੀਮ, ਹਕੀਮ ਨੀਮ ਹੈ। ਜੇ ਮੁੱਲਾ ਨੀਮ ਹੋ ਜਾਏ, ਜੇ ਧਾਰਮਿਕ ਆਗੂ ਨੀਮ ਹੋ ਜਾਏ, ਜੇ ਧਾਰਮਿਕ ਪ੍ਰਚਾਰਕ ਨੀਮ ਹੋ ਜਾਏ, ਅੱਧੀ ਉਹਨੂੰ ਜਾਣਕਾਰੀ ਹੈ, ਆਪਣੀ ਜਾਣਕਾਰੀ ਦੁਨੀਆ ਤੇ ਥੋਪਣਾ ਚਾਹੁੰਦਾ, ਨੀਮ ਮੁੱਲਾ ਖਤਰਾ ਈਮਾਨ। ਜਿਹੜਾ ਮੁੱਲਾ ਨੀਮ ਹੁੰਦਾ ਹੈ ਉਹ ਧਰਮ ਲਈ ਖਤਰਾ ਹੁੰਦਾ ਹੈ। ਬੇਨਤੀ ਕਰਨੀ ਚਾਹੁੰਦਾ, ਜਾ ਕੋ ਦੇਖ ਦਰਿਦਰ ਜਾਵੇ, ਭਰੋਸਾ ਰੱਖਿਓ। ਗੁਰੂ ਰਾਮਦਾਸ ਸਾਹਿਬ ਦੇ ਚਰਨ ਪਰਸਿਆਂ, ਗੁਰੂ ਰਾਮਦਾਸ ਸਾਹਿਬ ਦੇ ਚਰਨ ਪਰਸਿਆਂ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਚਰਨ ਪਰਸਿਆਂ ਦਰਿਦਰ ਨਾਸ ਹੋ ਜਾਂਦੇ। ਕਦੇ ਜੁੜ ਕੇ ਵੇਖੀ। ਫਿਰ ਬੇਨਤੀ ਚੇਤੇ ਰੱਖਿਓ। ਅੱਜ ਤੇ ਇਹ ਵੀ ਗੱਲ ਕਹਿਤੀ ਨਾ, ਤੁਸੀਂ ਸਿਆਣੇ ਬੈਠੇ ਹੋ, ਮੈਥੋਂ ਵੱਧ ਉਹਨਾਂ ਲੋਕਾਂ ਉਹਨੂੰ ਵੀ ਸੁਣਦੇ ਹੋਵੋਗੇ ਵੀ ਇਹ ਗੱਲ ਕਹਿਤੀ ਜੀ ਕਿਹੜੀ ਛਟੀ ਰੱਖੀ ਜੀ, ਇਹ ਤਾਂ ਇਦਾਂ ਦੀ ਗੱਲ ਹੈ ਜੀ, ਕਿੱਦਾਂ ਹੋ ਗਿਆ। ਇਹਦਾ ਮਤਲਬ ਹੈ ਜੇ ਅਸੀਂ ਕੇਵਲ ਇੱਕ ਪਾਸੇ ਗੱਲ ਕਰਾਂਗੇ ਤੇ ਫਿਰ ਚੇਤੇ ਰੱਖਿਓ, ਫਿਰ ਜੇ ਕੋਈ ਗੂੰਗਾ ਹੈ, ਧਿਆਨ ਨਾਲ ਬੇਨਤੀ ਸੁਣਿਓ, ਜਾ ਕੋ ਦੇਖ ਤੇ ਦਰਿਦਰ ਜਾਵੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਫੈਸਲਾ ਹੈ ਵੀ ਗੁਰੂ ਦੇ ਦਰਸ਼ਨ ਕੀਤਿਆਂ ਵੀ ਦਰਿਦਰ ਨਾਸ ਹੋ ਗਿਆ। ਫਿਰ ਇਹਦਾ ਮਤਲਬ ਹੈ ਜਿਹੜਾ ਗੂੰਗਾ ਤੇ ਬੋਲਾ ਹੈ ਉਹ ਤੇ ਨਾ ਸੁਣ ਸਕਦਾ ਨਾ ਬੋਲ ਸਕਦਾ। ਇਹਦਾ ਮਤਲਬ ਉਹਦਾ ਉਧਾਰ ਨਹੀਂ ਹੋ ਸਕਦਾ, ਇਹਦਾ ਮਤਲਬ ਉਹਦਾ ਭਲਾ ਨਹੀਂ ਹੋ ਸਕਦਾ। ਹਾਲਾਂਕਿ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਅਵਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ। ਤੂੰ ਭਰੋਸਾ ਬਣਾ ਵੀ ਕੀ ਹੋਇਆ, ਤੈਨੂੰ ਸ਼ਬਦ ਦੀ ਸਮਝ ਨਹੀਂ ਆਉਂਦੀ। ਸ਼ਬਦ ਦੀ ਸਮਝ ਤੇ ਕਿੰਨੇ ਗੋਰਿਆਂ ਦੀ ਉਦਾਹਰਨ ਦਿੱਤੀ ਜਾ ਸਕਦੀ। ਪਹਿਲਿਆਂ ਚ ਉਹਨਾਂ ਨੂੰ ਪੰਜਾਬੀ ਦੀ ਕੋਈ ਜਾਣਕਾਰੀ ਨਹੀਂ, ਬਾਣੀ ਦੀ ਕੋਈ ਜਾਣਕਾਰੀ ਨਹੀਂ, ਭਰੋਸਾ ਬਣ ਗਿਆ, ਅੱਗੇ ਮਾਰਗ ਤੇ ਚੱਲ ਪਏ। ਇਸ ਲਈ ਇਹ ਗੁਰੂ ਦੀ ਸਮਰੱਥਾ ਹੈ। ਕੋਈ ਗੁਰੂ ਦੇ ਚਰਨਾਂ ਵਿੱਚ ਆ ਜਾਏ, ਗੁਰੂ ਦਰਸ਼ਨਾਂ ਦੁਆਰਾ ਬਖਸ਼ਿਸ਼ ਕਰਕੇ ਉਹਦੇ ਦਰਿਦਰ ਨਾਸ ਕਰ ਦਿੰਦਾ ਹੈ। ਕੇਵਲ ਦਰਿਦਰ ਹੀ ਨਾਸ ਨਹੀਂ ਕਰਦਾ, ਸੱਚੇ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਕਿਰਪਾ ਕਰਦੇ ਹੈ। ਖਲ ਮੂਰਖ ਤੇ ਪੰਡਤ ਕਰਬੋ। ਇਹ ਤੇ ਦੇਖੋ ਗੁੰਗਿਆਂ ਤੇ ਬੋਲਿਆਂ ਨੂੰ ਵੀ ਵਿਦਵਾਨ ਬਣਾ ਕੇ ਬਿਠਾ ਦਿੰਦੇ। ਕਿੰਨੀਆਂ ਘਟਨਾਵਾਂ ਜ਼ਿੰਦਗੀ 'ਚ ਵੇਖ ਸਕਦੇ ਹੋ। ਜਾ ਕੋ ਦੇਖ ਦਰਿਦਰ ਜਾਵੇ, ਨਾਮ ਸੋ ਨਿਧਾਨ ਪਾਵੇ। ਫਿਰ ਉਹ ਕੇਵਲ ਇੱਥੇ ਬਸ ਨਹੀਂ, ਉਹ ਪ੍ਰਮਾਤਮਾ ਦੇ ਨਾਮ ਦਾ ਖਜ਼ਾਨਾ ਪ੍ਰਾਪਤ ਕਰ ਲੈਂਦਾ। ਗੁਰਮੁਖ ਗਿਆਨ, ਖੱਖੇ ਨੂੰ ਸਿਹਾਰੀ ਹੈ। ਫਿਰ ਉਹ ਅੱਗੇ ਕੀ ਕਰਦਾ ਹੈ, ਗੁਰੂ ਦੇ ਮੁਖ ਤੋਂ ਨਿਕਲੇ ਹੋਏ ਬਚਨ, ਗੁਰੂ ਦਾ ਅੰਮ੍ਰਿਤ ਗਿਆਨ ਹੈ ਜਿਹੜਾ ਉਹ ਆਪਣੇ ਹਿਰਦੇ 'ਚ ਟਿਕਾ ਲੈਂਦਾ। ਵੇਖੋ ਪਹਿਲਾਂ ਦੇਖਣ ਦੀ ਗੱਲ ਕੀਤੀ ਹੈ, ਫਿਰ ਗੁਰੂ ਦੀ ਸਿੱਖੀ ਧਾਰਨ ਭਾਵ ਗੁਰੂ ਦੀ ਸ਼ਰਨ ਆਉਣ ਦੀ ਗੱਲ ਨਾਮ ਸੁਣ ਨਿਧਾਨ ਪਾਵੇ। ਨਾਮ ਨਿਧਾਨ ਨੂੰ ਪ੍ਰਾਪਤ ਕਰਕੇ ਫਿਰ ਗੁਰੂ ਦੇ ਮੁਖ ਤੋਂ ਨਿਕਲਿਆ ਗਿਆਨ ਆਪਣੇ ਹਿਰਦੇ ਵਿੱਚ ਜਦੋਂ ਕੋਈ ਟਿਕਾ ਲੈਂਦਾ, ਫਿਰ ਦੁਰਮਤ ਮੈਲ ਧੋਵੈ ਜੀਓ। ਫਿਰ ਖੋਟੀ ਮੈਲ ਉਹਦੇ ਅੰਦਰੋਂ ਨਿਕਲ ਜਾਂਦੀ ਹੈ। ਹੁਣ ਸਾਬਣ ਪਹਿਲਾਂ ਹੁੰਦਾ, ਕੱਪੜਾ ਵੀ ਮੈਲਾ ਪਹਿਲਾਂ ਹੈ, ਤੇ ਫਿਰ ਮੈਲੇ ਕੱਪੜੇ ਦੇ ਉੱਪਰ ਜਦੋਂ ਪਾਣੀ ਨੂੰ ਵਰਤ ਕੇ ਸਾਬਣ ਚਲਾਇਆ ਜਾਂਦਾ ਮੈਲ ਨਿਕਲ ਜਾਂਦੀ ਹੈ। ਅੰਤਿਸ਼ ਕਾਰਨ ਸਾਡਾ ਕੀ ਹੈ, ਇਹ ਮੈਲਾ ਕੱਪੜਾ। ਗੁਰੂ ਦਾ ਅੰਮ੍ਰਿਤ ਸ਼ਬਦ ਨਾਮ ਬਾਣੀ ਕੀ ਹੈ, ਇਹ ਮੰਨੋ ਬਹੁਤ ਕੀਮਤੀ ਸਾਬਣ ਹੈ, ਅਮੋਲਕ ਸਾਬਣ ਹੈ। ਤੇ ਪਾਣੀ ਕੀ ਹੈ, ਪ੍ਰੇਮ ਤੇ ਭਰੋਸਾ। ਜਦੋਂ ਕੋਈ ਭਰੋਸਾ ਰੱਖ ਕੇ ਗੁਰੂ ਦੇ ਸ਼ਬਦ ਨਾਲ ਜੁੜਦਾ, ਦੁਰਮਤ ਮੈਲ ਧੋਵੈ ਜੀਓ। ਅਗਲੀ ਫਿਰ ਪੰਕਤੀ ਨੂੰ ਦੁਹਰਾਇਆ ਕਿ ਛੰਦ ਦਾ ਨਿਯਮ ਹੈ, ਸਤਿਗੁਰ ਨਾਮ ਪਰਮਾਤਮਾ ਸਤਿਗੁਰੂ ਦਾ ਜਿਹੜਾ ਨਾਮ ਹੈ, ਭਾਵ ਜਿਹੜਾ ਪ੍ਰਮਾਤਮਾ ਹੀ ਨਾਮ ਸਤਿਗੁਰੂ ਨੂੰ ਮਿਲਿਆ, ਏਕ ਲਿਵ ਮਨ ਜਪੈ ਦ੍ਰਿੜ। ਜਿਹੜਾ ਇਸ ਨਾਮ ਨੂੰ ਦ੍ਰਿੜਤਾ ਨਾਲ ਮਨ ਵਿੱਚ ਧਾਰਨ ਕਰਦਾ ਜਪਦਾ, ਤਿੰਨ ਜਨ ਦੁੱਖ ਪਾਪ। ਉਸ ਜਨ ਨੂੰ, ਉਸ ਪਿਆਰੇ ਨੂੰ, ਉਸ ਜੀਵ ਨੂੰ ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੈ ਜੀਓ। ਉਹਨੂੰ ਕਦੇ ਦੁੱਖ ਤੇ ਪਾਪ ਪਾਉਂਦੇ ਨਹੀਂ। ਫਿਰ ਪੰਕਤੀ ਤੁਸੀਂ 4 ਪੌੜੀਆਂ 'ਚ ਪੜ੍ਹਦੇ ਹੋ, ਸੁਣਿਆ ਦੁੱਖ ਪਾਪ ਕਾ ਨਾਸ। ਸੁਣ ਲਵੇ ਕੋਈ, ਜੁੜ ਜਾਏ ਕੋਈ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ, ਕਰ ਲਵੇ ਕੋਈ ਭਰੋਸਾ। ਚੇਤੇ ਰੱਖੋ ਕਿੰਨੀਆਂ ਉਦਾਹਰਨਾਂ ਵਾਰ-ਵਾਰ ਇਤਿਹਾਸ ਸੁਣਦੇ ਹੋ। ਕਿ ਫਿਰ ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੈ ਜੀਓ। ਇੱਥੇ ਹੀ ਬਸ ਨਹੀਂ, ਹੁਣ ਭੱਟ ਸਾਹਿਬਾਨ ਫਿਰ ਰਹਿਮਤ ਕਰਕੇ ਸਮਝਾਉਂਦੇ ਨੇ, ਧਰਮ ਕਰਮ ਪੂਰਾ ਸਤਿਗੁਰ ਭਾਈ ਹੈ। ਕਹਿਣ ਲੱਗੇ ਜਿੰਨੇ ਵੀ ਧਰਮ ਦੇ ਕਰਮ ਨੇ ਉਹ ਕੋਈ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਨਾਲ ਜੁੜ ਜਾਏ ਤੇ ਉਹਨੂੰ ਸਮਝ ਆ ਜਾਂਦੇ ਹੈ ਵੀ ਅਸਲੀ ਧਰਮ ਦੇ ਕਰਮ ਕਿਹੜੇ ਹੈ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਉਹਨੂੰ ਇਹ ਗੱਲ ਦੀ ਸਮਝ ਆ ਜਾਂਦੀ ਹੈ ਵੀ ਧਰਮ ਕਰਮ ਹੈ ਕਿਹੜੇ। ਨਹੀਂ ਤਾਂ ਧਰਮ ਕਰਮ ਬਾਰੇ ਆਪਾਂ ਰੱਬੀ ਬਾਣੀ 'ਚ ਬਚਨ ਪੜ੍ਹਨੇ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਵਿੱਚ ਜੁੜ ਕੇ ਹੀ ਧਰਮ ਕਰਮ ਦੀ ਸੋਝੀ ਪੈਂਦੀ ਹੈ। ਜਾ ਕੀ ਸੇਵਾ ਸਿੱਧ ਸਾਧ ਮਨ ਜਨ ਸੁਰ ਨਰ ਜਚ ਹੈ,
ਕਹਿਣ ਲੱਗੇ ਸਿੱਖਾ ਕਦੇ ਗੁਰੂ ਤੇ ਭਰੋਸਾ ਰੱਖ, ਕਦੇ ਗੁਰੂ ਤੇ ਭਰੋਸਾ ਰੱਖ ਕੇ ਗੱਲ ਸਿੱਖ ਵੀ ਤੈਨੂੰ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਜੁੜਨ ਦਾ ਸੁਭਾਗ ਪ੍ਰਾਪਤ ਹੋਇਆ। ਧਿਆਨ ਨਾਲ ਸੁਣਿਓ, ਇਹ ਉਹ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੇਵਾ ਲਈ ਸਿੱਧ ਸਾਧ। ਵੈਸੇ ਕਦੇ ਗਿਆਨੀ ਬੰਦੇ, ਵਿਦਵਾਨੀ ਬੰਦੇ ਜਿਹੜੇ ਹੁੰਦੇ ਐ ਉਹ ਅਕਸਰ ਦੂਜੇ ਨਾਲ ਨੇੜਤਾ ਨਹੀਂ ਬਣਾਉਂਦੇ, ਦੂਜੇ ਤੇ ਭਰੋਸਾ ਨਹੀਂ ਰੱਖਦੇ, ਕਿਉਂਕਿ ਮਨ 'ਚ ਹੰਕਾਰ ਹੁੰਦਾ ਨਾ ਵੀ ਮੈਂ ਬੜਾ ਗਿਆਨੀ, ਮੈਂ ਤੇ ਪਹਿਲੇ ਬੜਾ ਕੁਝ ਜਾਣਦਾ। ਭਰਿਆ ਹੋਇਆ ਨਹੀਂ ਨਾ ਭਰ ਸਕਦਾ, ਸੈਂਸ ਦਾ ਵੀ ਨਿਯਮ ਹੈ, ਖਾਲੀ ਭਰਿਆ ਜਾਂਦਾ ਹੈ। ਤਾਂ ਹੀ ਤਾਂ ਸਤਿਗੁਰੂ ਨੇ ਕਿਹਾ ਨਾ ਵੀ ਖਾਲੀ ਹੋ ਕੇ ਜੀਰੂ ਆਈ ਹੋ ਕੇ ਆ। ਤੇ ਭੱਟ ਸਾਹਿਬਾਨ ਕਹਿਣ ਲੱਗੇ ਸਿੱਖਾ ਇਹ ਉਹ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜਿਹਦੀ ਸੇਵਾ ਲਈ ਸਿੱਧ ਸਾਧ ਮੁੰਨ ਜਨ ਸੁਰ ਨਰ ਜੱਜ ਹੈ। ਇਹ ਸਾਰੇ ਇਹ ਗੱਲ ਲੋਚਦੇ ਐ ਵੀ ਗੁਰੂ ਰਾਮਦਾਸ ਸਾਹਿਬ ਜੀ ਤੇਰੇ ਚਰਨਾਂ ਦੀ ਜਿਹੜੀ ਸ਼ਰਨ ਹੈ, ਤੇਰੇ ਚਰਨਾਂ ਦੀ ਜਿਹੜੀ ਸ਼ਰਨ ਉਹ ਸਾਨੂੰ ਪ੍ਰਾਪਤ ਹੋ ਜਾਏ। ਤੇ ਫਿਰ ਕੀ ਹੋਏਗਾ? ਸ਼ਬਦ ਸਾਰ ਏਕ ਲਿਵਲਾਈ ਹੈ। ਇਹ ਤਾਂ ਹੋ ਰਿਹਾ ਹੈ ਕਿਉਂਕਿ ਜਿਹੜਾ ਮਾਲਕ ਪ੍ਰਮਾਤਮਾ ਦਾ ਸ੍ਰੇਸ਼ਟ ਸ਼ਬਦ ਹੈ, ਜਿਹੜਾ ਪ੍ਰਭੂ ਪ੍ਰਮਾਤਮਾ ਦਾ ਸ੍ਰੇਸ਼ਟ ਸ਼ਬਦ ਹੈ, ਉਹ ਕੀ ਹੈ? ਤੁਸੀਂ ਉਹਦੇ ਨਾਲ ਜਿਹੜੀ ਆਪਣੀ ਬਿਰਤੀ ਜੋੜੀ ਹੈ ਤੇ ਜਿਹੜਾ ਸ੍ਰੇਸ਼ਟ ਸ਼ਬਦ ਹੈ ਜਿਹੜਾ ਤੁਹਾਡੇ ਚਰਨਾਂ ਨਾਲ ਜੁੜ ਜਾਂਦਾ ਹੈ, ਉਹਦਾ ਵੀ ਧਿਆਨ ਤੁਸੀਂ ਮਾਲਕ ਪ੍ਰਮਾਤਮਾ ਦੇ ਸ੍ਰੇਸ਼ਟ ਸ਼ਬਦ ਨਾਲ ਜੋੜ ਦਿੰਦੇ ਹੋ। ਆਹ ਗੱਲ ਨਾ ਭੁੱਲਿਓ ਪਿਆਰ ਵਾਲਿਓ, ਏਕ ਲਿਵਲਾਈ ਹੈ। ਇਹ ਸਾਰੇ ਤਾਂ ਤੁਹਾਡੇ ਚਰਨਾਂ ਨੂੰ ਤਰਸਦੇ ਆ, ਤੁਸੀਂ ਇੱਕ ਨਾਲ ਜੁੜ ਕੇ ਰਹਿ। ਦੋ ਦੁਬਧਾ ਹੁੰਦੀ ਹੈ, ਚੇਤੇ ਰੱਖਿਓ, ਦੋ ਦੁਬਧਾ ਹੁੰਦੀ ਹੈ। ਦੋ ਜਿਹੜੇ ਧਰਮ ਦੁਨੀਆ ਨਾ, ਸੰਸਾਰ, ਬੇਨਤੀ ਸਮਝਿਓ, ਇਹ ਦੋ ਨੂੰ ਵੱਡਾ ਕਹਿੰਦੇ। ਹੁਣ ਮੈਂ ਤੁਹਾਨੂੰ ਪੁੱਛ ਲਾਂ, ਤੁਸੀਂ ਮੈਨੂੰ ਪੁੱਛ ਲਓ ਵੀ ਇੱਕ ਵੱਡਾ ਕਿ ਦੋ ਵੱਡਾ ਹੈ, ਕਿ ਆਪਾਂ ਕਹਾਂਗੇ ਵੀ ਇਹ ਦੋ ਵੱਡਾ ਹੈ ਕਿਉਂਕਿ ਇੱਕ ਇੱਕ ਹੈ, ਇੱਕ ਛੋਟਾ ਰਹਿ ਗਿਆ। ਪਰ ਧਰਮ ਦੀ ਦੁਨੀਆ ਜਿਹੜੀ ਇੱਕ ਦੀ ਅਹਿਮੀਅਤ ਹੈ ਨਾ, ਉਹ 100 ਨਾਲੋਂ ਵੀ ਵੱਡੀ ਹੈ, ਉਹ ਲੱਖ ਨਾਲੋਂ ਵੀ ਵੱਡੀ ਹੈ। ਕਿਉਂ? ਕਿਉਂਕਿ ਇੱਕ ਤੇ ਇੱਕ ਨੂੰ ਜੁੜ ਕੇ ਹੀ ਦੋ ਬਣਦੇ ਆ, ਇੱਕ ਤੇ ਦੋ ਜੁੜ ਕੇ ਹੀ ਤਿੰਨ ਬਣਦੇ ਆ। ਇੱਕ ਵੱਡਾ ਹੈ, ਤਾਂ ਹੀ ਕਿਹਾ ਏਕ ਲਿਵਲਾਈ ਹੈ। ਤੇ ਗੁਰੂ ਨਾਨਕ ਸਾਹਿਬ ਨੇ ਤੇ ਪਹਿਲੇ ਰੂਪ 'ਚ ਇਹ ਗੱਲ ਸਮਝਾਤੀ ਜਦੋਂ ਭਗੀਰਥ ਨੇ ਕਿਹਾ ਸੀ ਬਾਬਾ ਤੈਨੂੰ ਤੇ ਗਿਣਤੀ ਵੀ ਨਹੀਂ ਆਉਂਦੀ, ਤੂੰ ਰਹਿਣ ਦੇ ਮੋਦੀ ਦੀ ਨੌਕਰੀ ਕਰਨ ਨੂੰ। ਗੁਰੂ ਸਾਹਿਬ ਕਹਿਣ ਲੱਗੇ ਕਿਉਂ? ਕਹਿੰਦੇ ਤੂੰ ਪਲੜੇ ਪਾਈ ਜਾਂਦਾ, ਗਿਣਤੀ ਇੱਕ ਇੱਕ ਕਹੀ ਜਾਂਦਾ, ਪਲੜੇ ਪਾਈ ਜਾਂਦਾ, ਗਿਣਤੀ 7-7 ਕਹੀ ਜਾਂਦਾ, ਪਲੜੇ ਪਾਈ ਜਾਂਦਾ, ਗਿਣਤੀ 13-13 ਕਹੀ ਜਾਂਦਾ। ਸਤਿਗੁਰੂ ਕਹਿਣ ਲੱਗੇ ਭਲਿਆ ਇਹ ਗੱਲ ਯਾਦ ਰੱਖ, ਮੈਨੂੰ ਇੱਕ ਦੀ ਗਿਣਤੀ ਨਾਲ ਬਹੁਤ ਪਿਆਰ ਹੈ। ਉਹਨੇ ਸ਼ਬਦ ਵਰਤੇ, ਗਿਣਤੀਆਂ ਗਿਣਨ ਵਾਸਤੇ ਹੁੰਦੀਆਂ, ਪਿਆਰ ਕਰਨ ਵਾਸਤੇ ਨਹੀਂ। ਬਾਬਾ ਸਮਝ। ਸਤਿਗੁਰੂ ਕਹਿਣ ਲੱਗੇ ਨਹੀਂ, ਮੇਰਾ ਇੱਕ ਨਾਲ ਪਿਆਰ ਹੈ ਕਿਉਂਕਿ ਜਿਹੜਾ ਇੱਕ ਹੈ ਉਹ ਹੀ ਸਦਾ ਸੱਚ ਹੈ। ਆਦਿ ਸੱਚ ਜੁਗਾਦ ਸੱਚ, ਜਿਹੜਾ ਇੱਕ ਹੈ ਉਹ ਸਦੀਵੀ ਸੱਚ ਹੈ। ਤੇ ਜਿਹੜਾ ਸੱਤ ਨਾਲ ਜੁੜ ਕੇ ਕਹਿੰਦੇ ਤੇਰਾ ਹੋ ਗਿਆ, ਉਹਦੇ ਦੁੱਖ ਪਾਪ ਖਤਮ ਹੋ ਜਾਂਦੇ ਆ। ਮੇਰੇ ਮੇਰੇ 'ਚ ਦੁੱਖ ਹੈ, ਤੇਰੇ ਤੇਰੇ 'ਚ ਸੁੱਖ ਹੈ। ਸ਼ਬਦ ਸਾਰ ਏਕ ਲਿਵਲਾਈ ਹੈ। ਅੱਗੇ ਭੱਟ ਸਾਹਿਬਾਨ ਵੀ ਕਹਿਣ ਲੱਗੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹੁਣ ਜਾਣੈ ਕੋ ਤੇਰਾ ਅਪਾਰ ਨਿਰਭਉ ਨਿਰੰਕਾਰ। ਹੁਣ ਇੱਥੇ ਫਿਰ ਬੇਨਤੀ ਸਮਝਿਓ, ਕਹਿਣ ਲੱਗੇ ਗੁਰੂ ਰਾਮਦਾਸ ਸਾਹਿਬ ਜੀ ਤੁਸੀਂ ਉਸ ਅਵਸਥਾ ਨੂੰ ਪ੍ਰਾਪਤ ਕਰ ਲਿਆ, ਤੁਸੀਂ ਨਿਰਭਉ ਨਿਰੰਕਾਰ ਨਾਲ ਜੁੜ ਕੇ ਜਿਹੜਾ ਅਪਾਰ ਹੈ, ਇਸ ਲਈ ਹੁਣ ਤੇਰਾ ਵੀ ਕੋਈ ਅੰਤ ਨਹੀਂ ਪਾ ਸਕਦਾ। ਬੇਨਤੀ ਸੁਣਿਓ, ਗੁਰੂ ਰਾਮਦਾਸ ਸਾਹਿਬ ਜੀ ਤੇਰਾ ਕੋਈ ਅੰਤ ਨਹੀਂ ਪਾ ਸਕਦਾ। ਹੁਣ ਜਾਣੈ ਕੋ ਤੇਰਾ ਅਪਾਰ ਨਿਰਭਉ ਨਿਰੰਕਾਰ, ਅਕਥ ਕਥਨਹਾਰ ਤੁਝਹਿ ਧਿਆਈ ਬੁਝਾਈ ਹੈ। ਕਿਉਂਕਿ ਗੁਰੂ ਅਮਰਦਾਸ ਸਾਹਿਬ ਨੇ ਕਿਰਪਾ ਕਰਕੇ ਤੁਹਾਨੂੰ ਇੱਕ ਮਾਲਕ ਨਾਲ ਜੋੜ ਕੇ ਆਹ ਗੱਲ ਦੀ ਸਮਝ ਮਾਲਕ ਨੇ ਤੁਹਾਨੂੰ ਦੇਤੀ ਹੈ। ਕਿਹੜੇ ਮਾਲਕ ਨੇ? ਅਕਥ ਕਥਨਹਾਰ, ਜਿਹੜਾ ਕਥਨ ਤੋਂ ਪਰੇ ਮਾਲਕ ਪ੍ਰਮਾਤਮਾ ਹੈ। ਤੁਝਹਿ ਬੁਝਾਈ ਹੈ, ਜਿਹੜੀ ਇਹ ਬੁਝਾਈ ਸਮਝ ਇਹ ਤੁਹਾਨੂੰ ਮਾਲਕ ਪ੍ਰਮਾਤਮਾ ਨੇ ਦਿੱਤੀ ਹੈ, ਤੁਸੀਂ ਉਹਦੇ ਨਾਲ ਜੁੜ ਗਏ ਤੇ ਹੁਣ ਤੁਹਾਡਾ ਵੀ ਅੰਤ ਨਹੀਂ ਪਾਇਆ ਜਾ ਸਕਦਾ। ਇੱਕ ਬੇਨਤੀ ਕਰਨੀ ਚਾਹੁੰਦਾ, ਕੇਵਲ ਵਿਸ਼ੇ 'ਚ ਰਹਿ ਕੇ ਯਾਦ ਰੱਖਿਓ, ਉਹ ਮਾਲਕ ਪ੍ਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਆਪਾਂ ਸੁਣਦੇ ਹਾਂ, ਪਰ ਮੈਂ ਤੁਹਾਨੂੰ ਤਾਂ ਬੇਨਤੀ ਕਰਨ ਲੱਗਾ ਵੀ ਅੱਜ ਧਰਮ ਦੀ ਗੱਲ ਸਾਨੂੰ ਛੋਟੀ ਜੀ ਸਮਝ ਨਾ ਆਏ, ਫਿਰ ਗੱਲ ਦੁਹਰਾਉਣ ਲੱਗਾ ਵੀ ਅਸੀਂ ਕਹਿ ਦਿੰਦੇ ਜੀ ਛੱਡੋ ਖਹਿੜਾ ਇਹ ਕੱਟ ਦਿਓ। ਪਰ ਮੈਂ ਇੱਕੋ ਰਮਜ ਤੁਹਾਨੂੰ ਦੇਣ ਲੱਗਾ ਹੈ, ਕਦੇ ਸਾਇੰਸ ਪੜ੍ਹਿਓ, ਚਾਹੇ ਫਿਜ਼ਿਕਸ ਹੈ, ਚਾਹੇ ਕੈਮਿਸਟਰੀ ਹੈ, ਚਾਹੇ ਐਸਟਰੋਨੋਮੀ ਹੈ, ਤਾਰਾ ਵਿਗਿਆਨ ਵਗੈਰਾ ਪੜ੍ਹਿਓ। ਚੇਤੇ ਰੱਖਿਓ ਸਾਇੰਸ ਦੀਆਂ ਵੀ ਇਦਾਂ ਦੀਆਂ ਗੱਲਾਂ ਜੇ ਤੁਹਾਨੂੰ ਇੱਥੇ ਦੱਸੀਏ ਤੁਹਾਨੂੰ ਲੱਗਣਾ ਵੀ ਹੈ ਇਹ ਵੀ ਹੋ ਸਕਦਾ। ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੁਸੀਂ ਪੜ੍ਹਦੇ ਹੋ, ਬੇਨਤੀ ਸੁਣਿਓ, ਤੁਝਹਿ ਬੁਝਾਈ ਹੈ। ਗੁਰੂ ਰਾਮਦਾਸ ਸਾਹਿਬ ਤੁਹਾਨੂੰ ਇਹ ਗੱਲ ਦੀ ਸਮਝ ਮਾਲਕ ਪ੍ਰਮਾਤਮਾ ਨੇ ਦਿੱਤੀ ਹੈ, ਜਿਹੜਾ ਅਕਥ ਕਥਨਹਾਰ ਹੈ। ਤੇ ਹੁਣ ਤੁਹਾਡਾ ਵੀ ਅੰਤ ਨਹੀਂ ਪਾਇਆ ਜਾ ਸਕਦਾ ਕਿਉਂਕਿ ਤੁਸੀਂ ਉਹਦਾ ਰੂਪ ਹੋ ਗਏ।
ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਆ ਨਾ, ਇੱਕ ਪੰਗਤੀ ਆਉਂਦੀ ਹੈ, ਅੰਧ ਕੂਪ ਤੇ ਹੱਥ ਦੇ ਰੱਖੋ, ਕਛੂ ਸਿਆਣ ਪੁਖਤ ਨਾ ਮੋਰੀ। ਅੰਧ ਦਾ ਅਰਥ ਹੈ ਬਲਾਈਂਡ, ਅਗਿਆਨਤਾ। ਅੰਧਾ ਖੂਹ, ਅੰਧ ਕੂਪ ਦਾ ਅਰਥ ਹੈ ਅੰਧਾ ਖੂਹ। ਇਸ ਗੱਲ ਨੂੰ ਤੁਸੀਂ ਸਮਝ ਸਕੋਗੇ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਸਤਿਗੁਰੂ ਸੱਚੇ ਪਾਤਸ਼ਾਹ ਕਿੰਨੀ ਐਡਵਾਂਸ ਸਾਇੰਸ ਰੱਖਦੇ ਐ। ਇਹਨੂੰ ਅੱਜ ਦੁਨੀਆ ਦੀ ਸਾਇੰਸ ਬਲੈਕ ਹੋਲ ਕਹਿੰਦੀ ਹੈ। ਮੈਂ ਤਾਂ ਬੇਨਤੀ ਕਰਨ ਲੱਗਾ ਵੀ ਭਲਿਆ ਧਰਮ ਤੇ ਤਾਂ ਤੂੰ ਨਿੱਕੀ ਜੀ ਗੱਲ ਤੇ ਤਰਕ ਕਰਨ ਤੁਰ ਪੈਣਾ। 1 ਸੈਂਟੀਮੀਟਰ ਵਿਆਸ ਦਾ ਜਿਹੜਾ ਬਲੈਕ ਹੋਲ ਹੁੰਦਾ ਨਾ, ਇਹ ਮੈਨੂੰ ਮੈਥਡ ਤੁਹਾਨੂੰ ਦੱਸੋ ਤੇ ਟਾਈਮ ਚਾਹੀਦਾ ਵੀ ਜਦੋਂ ਤਾਰਾ ਟੁੱਟਦਾ ਹੈ ਤੇ ਜਦੋਂ ਤਾਰਾ ਉਦੋਂ ਟੁੱਟਦਾ ਜਿਹੜਾ ਉਹਦਾ ਨਿਊਕਲੀਅਰ ਬਾਲਣ ਹੁੰਦਾ ਹੈ, ਹਾਈਡਰੋਜਨ ਤੇ ਹੀਲੀਅਮ, ਜਦੋਂ ਖਤਮ ਹੋਣ ਲੱਗਦਾ ਤਾਰਾ ਟੁੱਟ ਜਾਂਦਾ ਹੈ, ਉਹਦੇ ਚੋਂ ਬਲੈਕ ਹੋਲ ਨਿਕਲਦਾ ਹੈ। ਤੇ ਬਲੈਕ ਹੋਲ ਤਾਂ ਇਹ ਗੱਲ ਤੇ ਡਿਪੈਂਡ ਕਰਦਾ, ਜਿੰਨਾ ਤਾਰੇ ਦਾ ਵਜਨ ਓਡਾ ਵੱਡਾ ਬਲੈਕ ਹੋਲ ਬਣਦਾ। 1 ਸੈਂਟੀਮੀਟਰ ਦਾ ਜਿਹੜਾ ਬਲੈਕ ਹੋਲ ਹੁੰਦਾ ਨਾ, ਉਹਦਾ ਭਾਰ ਧਰਤੀ ਦੇ ਭਾਰ ਦੇ ਬਰਾਬਰ ਹੁੰਦਾ। 1 ਸੈਂਟੀਮੀਟਰ ਦਾ ਬਲੈਕ ਹੋਲ, ਗੱਲ ਦੁਹਰਾਉਣ ਲੱਗਾ, ਉਹਦਾ weight ਧਰਤੀ ਦੇ weight ਦੇ ਬਰਾਬਰ ਹੈ। ਕੀ ਇੱਕ ਬੰਦਾ ਮੰਨ ਲਏਗਾ ਵੀ 1 ਸੈਂਟੀਮੀਟਰ ਦਾ ਭਾਰ ਧਰਤੀ ਦੇ ਭਾਰ ਦੇ ਬਰਾਬਰ ਹੋ ਸਕਦਾ? ਉਹਦੇ ਤੇ ਕਦੇ ਕਿਸੇ ਬੰਦੇ ਨੇ ਤਰਕ ਨਹੀਂ ਕੀਤੀ ਵੀ ਇਹ ਕਿੱਦਾਂ ਹੋ ਗਿਆ ਜੀ। 1 ਲੱਖ ਤੋਂ ਵੱਧ ਬਲੈਕ ਹੋਲ ਬ੍ਰਹਿਮੰਡ ਵਿੱਚ ਫਿਰ ਰਹੇ ਆ, ਜਿਹੜੇ ਜੁਧੀ ਆਕਾਸ਼ ਗੰਗਾ ਨੂੰ ਖਾ ਰਹੇ ਆ। ਮੇਰੇ ਗੱਲ ਕਹਿਣ ਤੋਂ ਭਾਵ ਪਿਆਰਿਓ ਇੰਨਾ ਹੀ ਹੈ ਸਾਇੰਸ ਪੱਖ ਤੋਂ ਵੀ ਉਧਰ ਨਹੀਂ ਕਦੇ ਅਸੀਂ ਗੱਲ ਕੀਤੀ। ਸਾਖੀਆਂ ਨੂੰ ਅਸੀਂ ਜਦੇ ਕੱਟਣ ਲੱਗ ਪੈਨੇ ਆ ਵੀ ਇਹ ਸਿਰ ਤਲੀ ਤੇ ਕਿਵੇਂ ਰੱਖ ਲਿਆ ਜੀ, ਆਏ ਕਿਵੇਂ ਹੋ ਗਿਆ ਜੀ। ਉਹ ਕਦੇ ਭਰੋਸਾ ਕਰ, ਇਹ ਉਹ ਮਾਲਕ ਪ੍ਰਮਾਤਮਾ ਸਤਿਗੁਰੂ ਹੈ ਜਿਹੜਾ ਮਾਲਕ ਵਿੱਚ ਲੀਨ ਹੈ। ਫਿਰ ਬੇਨਤੀ ਉੱਥੇ ਕਰਨ ਲੱਗਾ ਵੀ ਉਹ ਹੈ ਅਪਾਰ ਨਿਰਭਉ ਨਿਰੰਕਾਰ, ਅਕਥ ਕਥਨਹਾਰ ਤੁਝ ਹੈ ਬੁਝਾਈ ਹੈ, ਭਰਮ ਭੁੱਲੇ ਸੰਸਾਰ। ਇਹ ਭਰਮ ਵਿੱਚ ਭੁੱਲੇ ਸੰਸਾਰ ਦੇ ਲੋਕੋ, ਛੂਟੋ ਜੂਨੀ ਸੰਘਾਰ। ਜਿਹੜੀ ਤੁਸੀਂ ਸੰਘਾਰ ਦਾ ਅਰਥ ਹੁੰਦਾ ਨਾਸ਼ ਕਰਨ ਵਾਲੀ, ਜਿਹੜੇ ਤੁਸੀਂ ਜਨਮ ਮਰਨ ਦੇ ਚੱਕਰ ਵਿੱਚ ਪਏ ਹੋ, ਇਹ ਤੋਂ ਤੁਸੀਂ ਤਾਂ ਛੁੱਟ ਸਕਦੇ ਹੋ ਜੇ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਵਿੱਚ ਪੈ ਜਾਓ, ਕਿਉਂਕਿ ਉਹ ਆਪ ਇਸ ਤੋਂ ਉੱਪਰ ਹੋ ਗਿਆ। ਜਮ ਕੋ ਨਾ ਡੰਡ ਕਾਲ, ਜਿਹੜਾ ਜਨਮ ਮਰਨ ਦਾ ਡੰਡਾ ਹੈ, ਜਿਹੜਾ ਜਮ ਕਾਲ ਦਾ ਡੰਡਾ ਹੈ, ਨਹੀਂ ਲੱਗੇਗਾ ਕਦੋਂ? ਗੁਰਮਤਿ ਧਿਆਈ ਹੈ। ਜੇ ਤੁਸੀਂ ਕਦੇ ਗੁਰਮਤਿ ਨਾਲ ਜੁੜ ਜਾਓ, ਜੇ ਤੁਸੀਂ ਗੁਰਮਤਿ ਨਾਲ ਜੁੜ ਜਾਓ, ਫਿਰ ਇਸ ਗੱਲ ਤੋਂ ਸਾਡਾ ਪਾਰ ਉਤਾਰਾ ਹੋ ਸਕਦਾ। ਮਨ ਪ੍ਰਾਣੀ ਮੁਗਧ ਵਿਚਾਰ, ਇਹ ਮੇਰੇ ਮਨਾ ਮੁਗਧ ਮੂਰਖ ਮਨਾ, ਮੂਰਖ ਪ੍ਰਾਣੀ ਇੱਕ ਗੱਲ ਨੂੰ ਵਿਚਾਰ। ਅਹਨਸ ਜਪ ਦਿਨ ਰਾਤ ਜਪ, ਧਰਮ ਕਰਮ ਪੂਰੇ ਸਤਿਗੁਰ ਪਾਈ ਹੈ। ਅੱਜ ਭੱਟ ਨਲ ਜੀ ਦੇ 2 ਸੋਈਏ 16 ਚੋਂ ਆਪਾਂ ਸਮਝੇ ਹੈ, ਕਿਉਂਕਿ 6-6 ਪੰਕਤੀਆਂ ਦੇ ਮੇਰੇ ਸੋਈਏ ਨੇ। ਫਿਰ ਅੰਤਲੀ ਪੰਕਤੀ ਸੁਣਿਓ, ਹੇ ਮੂਰਖ ਮਨਾ, ਮੂਰਖ ਮਨ ਵਾਲੇ ਪ੍ਰਾਣੀ ਜੀਵ, ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਵੇਖ, ਗੁਰੂ ਸ਼ਬਦ ਨਾਲ ਜੁੜ ਕੇ ਵੇਖ। ਜਦੋਂ ਜੁੜੇਗਾ ਫਿਰ ਅਹਨਸ ਜਪ। ਆ ਬੇਨਤੀ ਸੁਣਿਓ, ਗੁਰਮਤਿ ਨੇ ਇਹ ਨਹੀਂ ਕਿਹਾ ਵੀ ਕੇਵਲ 2 ਮਿੰਟ, ਇਹਦੇ ਵਿੱਚ ਕੋਈ ਦੋਹਰਾਵਾਂ ਨਹੀਂ। ਇੱਕ ਵਾਰੀ ਵੀ ਵਾਹਿਗੁਰੂ ਕਿਹਾ ਨਾ, ਤੁਹਾਡੇ ਕੋਲੇ ਕੋਈ 1 ਘੰਟਾ ਕੰਮ ਕਰੇ, ਜੇ ਤੁਸੀਂ ਧਰਮੀ ਹੋਵੋ, ਕਿਸੇ ਦੇ 1 ਘੰਟੇ ਦੇ ਪੈਸੇ ਰੱਖੋਗੇ? ਕਦੇ ਨਹੀਂ ਰੱਖਦਾ ਬੰਦਾ, ਕਿਉਂਕਿ ਉਹਨੇ 1 ਘੰਟਾ ਕੰਮ ਕੀਤਾ। 1 ਘੰਟੇ ਦੇ ਸਤਿਗੁਰੂ ਕਹਿੰਦੇ 1 ਤੈਲਣੀ ਭੰਨੈ ਘੱਲ ਹੈ। ਜੇ ਕਦੇ 1 ਵਾਰੀ ਵੀ ਸੰਗਤ ਕੀਤੀ, ਉਹਦਾ ਵੀ ਫਲ ਹੈ, ਉਹਦੀਆਂ ਵੀ ਬਖਸ਼ਿਸ਼ਾਂ, ਉਹਦੀ ਵੀ ਕਿਰਪਾ ਹੈ। ਤੇ ਜੇ ਤੂੰ ਦਿਨ ਰਾਤ ਜਪੇ, ਦਿਨ ਰਾਤ ਮਾਲਕ ਪ੍ਰਮਾਤਮਾ ਦਾ ਨਾਮ ਜਪ, हे ਪ੍ਰਾਣੀ ਮੂਰਖ ਹੋ ਕੇ ਜਨਮ ਨਾ ਗਵਾ ਲਈ, ਅਹਨਸ ਜਪ ਦਿਨ ਰਾਤ ਜਪ। ਇਹ ਗੱਲ ਸਮਝ, ਧਰਮ ਕਰਮ ਪੂਰੇ ਸਤਿਗੁਰ ਪਾਈ ਹੈ। ਜਿੰਨੇ ਵੀ ਧਰਮ ਦੇ ਕਰਮ ਨੇ, ਤੂੰ ਕਰਮ ਕਾਂਡਾਂ ਵਿੱਚ ਨਾ ਫਸ ਜਾਈ। ਧਰਮ ਦੇ ਕਰਮ ਸਮਝਨੇ ਹੈ, ਗੁਰੂ ਗ੍ਰੰਥ ਸਾਹਿਬ ਨਾਲ ਜੁੜ। ਬਾਹਰੀ ਕਰਮ ਕਾਂਡ ਵਹਿਮਾਂ ਭਰਮਾਂ ਨੂੰ ਧਰਮ ਦੇ ਕਰਮ ਨਾ ਸਮਝੀ। ਕਰਮ ਧਰਮ ਪਾਖੰਡ ਜੋ ਦੀਸੈ, ਤੈਨ ਜਮ ਜਗਾਤੀ ਲੂਟੈ। ਤੂੰ ਕੀ ਕਰਨਾ? ਨਿਰਬਾਨ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਤ ਛੂਟੈ ਸੰਤ ਹੋ। ਸਾਗਰ ਪਾਰ ਉਤਰੀਐ ਜੇ ਕੋ, ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਚੋਂ ਸਿੱਖ, ਗੁਰੂ ਦੇ ਚਰਨਾਂ ਵਿੱਚ ਜੁੜ। ਕੱਲ ਦਾ ਰੋਜ਼ ਹਾਜ਼ਰੀ ਬਾਕੀ ਹੈ। ਸਵਾਸਥ ਸਰੀਰ ਮਾਲਕ ਨੇ ਬਖਸ਼ੇ। ਆਪਾਂ ਰੱਬੀ ਬਾਣੀ ਦੇ ਅਗਲੇ ਸੋਈਆਂ ਚੋਂ ਫਿਰ ਰੱਬੀ ਬਾਣੀ ਕੋਈ ਸਮਝਣ ਦਾ ਯਤਨ ਕਰਾਂਗੇ। ਗੁਰੂ ਤੇ ਭਰੋਸਾ ਕਰੀਏ। ਗੁਰੂ ਦਾ ਤੇ ਪ੍ਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਅੰਤ ਪਾਉਣ ਵਾਲੇ ਪਾਸੇ ਨਾ ਤੁਰੀਏ, ਭਾਵਨਾ ਬਣਾ ਕੇ ਗੁਰੂ ਦੇ ਪਿਆਰ ਨੂੰ ਹਾਸਲ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ। ਗੁਰੂ ਗ੍ਰੰਥ ਸਾਹਿਬ ਜੀ ਦਾ ਅਤੇ ਆਪ ਸਾਧ ਸੰਗਤ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਦਿਆਂ ਅਸੀਸ ਬਖਸ਼ੋ। ਦੇਹੋ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।